ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ। ਵਾਹਿਗੁਰੂ ਜੀ ਵਾਹਿਗੁਰੂ ਮਹਾਰਾਜ। ਹਾਜ਼ਰ ਨਾਜ਼ਰ ਜਾਣ ਕੇ ਸਾਹਿਬ, ਧੰਨ ਸੁਵੇਲਾ ਚ ਦਰਸ਼ਨ ਕਰਨਾ। ਸੰਗਤ ਜੀ, ਅੱਜ ਅਕਾਲ ਮੂਰਤ ਸ਼ਬਦ ਦੀ ਵਿਚਾਰ ਮੂਲ ਮੰਤਰ ਦੇ ਜਪਜੀ ਸਾਹਿਬ ਵਿੱਚ ਅਸੀਂ ਕਰਦੇ ਹਾਂ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੇ ਮੂਲ ਮੰਤਰ ਪ੍ਰਗਟ ਕੀਤਾ ਹੈ, ਸਾਨੂੰ ਨਿਰੰਕਾਰ ਦਾ ਕੁਝ ਭੇਦ ਸਮਝਾਇਆ ਹੈ, ਮਿਲਣ ਦੀ ਵਿਧੀ ਦੱਸੀ ਹੈ, ਔਰ ਉਹਨਾਂ ਦੇ ਦਿੱਤੇ ਸ਼ਬਦਾਂ ਦੇ ਹਿਸਾਬ ਨਾਲ ਅਸੀਂ ਸਮਝਣ ਦਾ ਯਤਨ ਕਰਾਂਗੇ ਕਿ ਮਹਾਰਾਜ ਸਾਨੂੰ ਕਿਸ ਪਾਸੇ ਨੂੰ ਤੋਰਨ ਦੇ ਯਤਨ ਕਰਦੇ ਨੇ, ਕੀ ਸਮਝਾਉਂਦੇ ਹਨ। ਮੂਲ ਮੰਤਰ ਸਾਹਿਬ ਨੇ ਆਪਣੇ ਅੰਤਰ ਚੋਂ ਪ੍ਰਗਟ ਕੀਤਾ, ਜੋ ਹਜ਼ੂਰ ਨੂੰ ਕਿਰਪਾ ਹੋਈ। ਸਾਹਿਬ ਦੀ ਨਿਰਾਕਾਰ ਨੇ ਜੋ ਸ਼ਬਦ ਪ੍ਰਗਟ ਕੀਤੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲੋ। ਮਹਾਰਾਜ ਨੇ ਉਹ ਫਿਰ ਸਾਨੂੰ ਸ਼ਬਦ ਰਿਵੀਲ ਕੀਤੇ, ਇਹ ਸਮਝਾਉਣ ਲਈ ਵੀ ਦੁਨੀਆ ਦੇ ਹਨੇਰੇ ਵਿੱਚ ਰਾਹ ਕਿਹੜਾ ਹੈ, ਜੋਤ ਕਿੱਥੇ ਹੈ। ਦੁਨੀਆ ਦੀ ਘੁੰਮਣ ਘੇਰੀ ਵਿੱਚ, ਅਸਥਿਰਤਾ ਵਿੱਚ, ਸੁੱਖ ਦੁੱਖ, ਮਾਨ ਅਪਮਾਨ, ਹਰਖ ਸੋਗ, ਇਸ ਸਭ ਵਿੱਚੋਂ ਕਿਹੜਾ ਰਾਹ ਲੱਭਦਾ ਹੈ ਜਿੱਥੋਂ ਕਿ ਮੈਂ ਆਪਣੀ ਪ੍ਰਾਪਤੀ ਵੀ ਕਰ ਸਕਦਾ ਹਾਂ ਔਰ ਇਹਨਾਂ ਚੀਜ਼ਾਂ ਦੇ ਬੰਧਨ ਚੋਂ ਮੁਕਤ ਹੋ ਸਕਦਾ ਹਾਂ। ਮੁਕਤੀ ਦਾ ਅਰਥ ਅਸੀਂ ਕੀ ਸਮਝਦੇ ਹਾਂ, ਕੀ ਸਾਡਾ ਭਾਵ ਹੈ, ਪਰ ਜਿਹੜਾ ਜਨ ਆਪਣੀ ਬਾਗਡੋਰ ਦਾ ਮਾਲਕ ਆਪ ਨਹੀਂ, ਉਹ ਸਲੇਵ ਕਹਿ ਸਕਦੇ ਹਾਂ, ਉਹ ਬੰਧਨ 'ਚ ਹੈ। ਕਿਉਂਕਿ ਸਾਨੂੰ ਜਦੋਂ ਆਪਣਾ ਕੰਟਰੋਲ ਆਪਣੇ ਹੱਥ ਵਿੱਚ ਨਹੀਂ ਹੈ ਤਾਂ ਅਸੀਂ ਬੰਧਨ 'ਚ ਹਾਂ। ਔਰ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰ ਨਾਲ ਇੱਕ ਰਸਤਾ ਦੱਸਿਆ ਹੈ ਸਾਨੂੰ। ਗੁਰੂ ਸਾਹਿਬ ਦੇ ਪਰਸਨਲ, ਜੋ ਮੈਨੂੰ ਲੱਗਦਾ ਹੈ, ਇਹ ਮੇਰਾ ਭਾਵ ਹੈ, ਹੋ ਸਕਦਾ ਮੈਂ ਗਲਤ ਹਾਂ, ਗੁਰੂ ਸਾਹਿਬ ਨੇ ਜੋ ਬਾਣੀ ਜਪ ਦੀ ਰਿਵੀਲ ਕੀਤੀ ਹੈ ਸਾਨੂੰ, ਜਪ ਦੇ ਦਰਸ਼ਨਾਂ ਤੋਂ ਮੈਨੂੰ ਇਹ ਸਮਝ ਆਉਂਦਾ ਹੈ, ਗੁਰੂ ਸਾਹਿਬ ਦਾ ਪ੍ਰਿਯ ਸ਼ਬਦ ਸੱਚ ਹੈ। ਸੱਤ ਦੇ ਭਾਵ ਚੋਂ ਅਸੀਂ ਸਮਝਿਆ ਸੱਤ ਕੀ ਹੈ। ਇੱਕ ਓਮਕਾਰ ਦੇ ਗਿਆਨ ਦੀ ਪ੍ਰਾਪਤੀ ਵਾਸਤੇ ਅਸੀਂ ਮੂਲ ਮੰਤਰ ਦੇ ਆਖਰੀ ਅਰਥ ਸਮਝ ਕੇ ਉਹਨਾਂ 'ਚ ਧਿਆਨ ਕਰਕੇ ਉਹਨਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ ਕਿ ਕੁਝ ਜੀਵਨ ਵਿੱਚ ਬਦਲਾਵ ਆਏ, ਜੀਵਨ ਦਾ ਮੁੱਖ ਮੁੜ ਜਾਏ। ਜੀਵਨ ਜਿਹੜਾ ਆਪਣੇ ਹੱਥੀ ਵਿੱਚ ਨਹੀਂ ਹੈ ਔਰ ਆਪਣੇ ਬਾਗਡੋਰ ਤੋਂ ਨਹੀਂ ਆ ਰਿਹਾ ਆਪਣੇ ਕਾਬੂ ਵਿੱਚ, ਉਹ ਕਾਬੂ ਵਿੱਚ ਆ ਸਕੇ, ਇਉਂ ਜਾਪਦਾ ਹੈ ਮਹਾਰਾਜ ਸਾਨੂੰ ਸਾਡੇ ਆਤਮ ਗਿਆਨ ਵੱਲ ਤੋਰਦੇ ਹਨ। ਦੁਨੀਆ ਦੀ ਤਤ ਨਿਚੋੜ ਗਿਆਨ ਜਪਜੀ ਵਿੱਚ ਔਰ ਮੂਲ ਮੰਤਰ ਵਿੱਚ ਲੀਨ ਕਰਦੇ ਹਨ। ਅਕਾਲ ਸ਼ਬਦ ਦੇ ਦਰਸ਼ਨ ਸਾਨੂੰ ਸਾਡੇ ਆਪਣੇ ਬਾਰੇ ਬਹੁਤ ਕੁਝ ਦੱਸਦਾ ਹੈ। ਕਾਲ ਦੇ ਅੰਦਰ ਜੋ ਹੈ ਉਹ ਸਮੇਂ ਦੇ ਅੰਦਰ ਹੈ, ਔਰ ਜੋ ਸਮੇਂ ਦੇ ਅੰਦਰ ਹੈ ਉਹ ਥਿਰ ਨਹੀਂ ਹੋ ਸਕਦਾ, ਉਹ ਹਮੇਸ਼ਾ ਚੇਂਜਿੰਗ ਹੈ, ਉਹ ਬਦਲਾਅ ਵਿੱਚ ਹੈ। ਮਹਾਰਾਜ ਦੱਸਦੇ ਨੇ, ਜੋ ਦੀਸੇ ਸੋ ਕਾਲੇ ਕਰਨਾ। ਇਹ ਜੋ ਕੁਝ ਤੁਹਾਨੂੰ ਦਿਖਦਾ ਹੈ ਅੱਖਾਂ ਦੇਖੀ ਇਹਨਾਂ ਇੰਦਰੀਆਂ ਨਾਲ, ਇਹ ਸਭ ਕਾਲ ਨੇ ਖਤਮ ਕਰ ਦੇਣਾ ਹੈ। ਇੰਟਰਸਟਿੰਗਲੀ ਇਹ ਕਾਲ ਸ਼ਬਦ ਸਮੇਂ ਲਈ ਵੀ ਵਰਤਦੇ ਹਾਂ ਅਸੀਂ ਔਰ ਮੌਤ ਲਈ ਵੀ ਇਸ ਨੂੰ ਵਰਤਦੇ ਹਾਂ। ਭਾਵ ਅਰਥ ਇਹ ਹੈ ਕਿ ਕਾਲ ਦੇ ਵਿੱਚ ਜਿਹੜਾ ਹੈ, ਸਮੇਂ ਦੇ ਵਿੱਚ ਜਿਹੜਾ ਹੈ, ਉਸਨੇ ਇੱਕ ਦਿਨ ਖਤਮ ਹੋਣਾ ਹੈ। ਇਸ ਕਰਕੇ ਜੋ ਕਾਲ ਵਿੱਚ ਹੈ
ਉਹ ਸਮੇਂ ਵਿੱਚ ਖਤਮ ਹੋਏਗਾ। ਜੋ ਸਮੇਂ ਵਿੱਚ ਖਤਮ ਹੋਏਗਾ ਉਹ ਸਤ ਦੇ ਦਰਸ਼ਨ ਵਿੱਚ, ਸਤ ਯਾਨੀ ਅਨਚੇਂਜਿੰਗ ਦੇ ਦਰਸ਼ਨ ਵਿੱਚ ਖਤਮ ਹੋ ਚੁੱਕਿਆ ਹੈ। ਉਹ ਹੈ ਹੀ ਨਹੀਂ, ਕਿਉਂਕਿ ਸਮੇਂ ਨਾਲ ਜੋ ਬਦਲ ਜਾਣਾ ਹੈ, ਖਤਮ ਹੋ ਜਾਣਾ ਹੈ, ਉਹ ਐਬਸੋਲੂਟ ਦੀ ਰੈਫਰੈਂਸ ਵਿੱਚ ਨਹੀਂ ਹੈ। ਮੇਰਾ ਕਿਹੜਾ ਅੰਗ ਹੈ ਔਰ ਕਿਹੜਾ ਨਹੀਂ ਹੈ, ਮੈਂ ਕੀ ਹਾਂ, ਮੇਰਾ ਕੀ ਰਿਲੇਸ਼ਨਸ਼ਿਪ ਹੈ ਇਸ ਕਾਲ ਨਾਲ, ਮੈਨੂੰ ਜੀਵਨ ਦੀ ਕੀ ਸਮਝ ਆ ਰਹੀ ਹੈ, ਇਹ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਦੇ ਵਿਚਾਰ ਨਾਲ ਸਮਝਣ ਦਾ ਯਤਨ ਕਰਾਂਗੇ। ਆਪ ਆਪਣੇ ਇਨਕੁਆਇਰੀ ਮਾਈਂਡ ਦੇ ਜ਼ਰੀਏ ਮੇਰੇ ਨਾਲ ਚੱਲੋ ਤੇ ਚੰਗਾ ਰਹੇਗਾ। ਮੈਂ ਕੋਈ ਟੈਸਟ ਵਿੱਚ ਨਹੀਂ ਆ ਸਕਦਾ, ਮੈਂ ਤਾਂ ਪਹਿਲਾਂ ਹੀ ਫੇਲ ਹਾਂ। ਜੋ ਆਪ ਅੱਗੇ ਸ਼ਬਦ ਕੁਝ ਪ੍ਰਗਟ ਹੋ ਕੇ ਹਾਜ਼ਰ ਹੁੰਦੇ ਹਨ, ਉਹ ਕੇਵਲ ਆਪਸੀ ਪ੍ਰੇਮ ਦਾ ਇੱਕ ਇਜ਼ਹਾਰ ਹੈ, ਇੱਕ ਸਮਝਣ ਦਾ ਯਤਨ ਹੈ ਆਪਣੇ ਆਪ ਨੂੰ ਵੀ, ਔਰ ਜੋ ਆਪਣੇ ਆਪ ਨੂੰ ਸਮਝ ਆਉਂਦਾ ਹੈ ਉਹ ਆਪ ਅੱਗੇ ਪੇਸ਼ ਕਰਨ ਦਾ ਯਤਨ ਹੈ। ਅਗਰ ਆਪ ਨੂੰ ਕੁਝ ਉਸ ਦਾ ਲਾਭ ਮਿਲੇ ਤਾਂ ਗੁਰੂ ਦੀ ਕਿਰਪਾ ਹੈ। ਅਗਰ ਆਪ ਇਸ ਬਾਰੇ ਕੁਝ ਇਸ ਬਾਰੇ ਇਸ ਤੋਂ ਨਿਚੋੜ ਆਪਣਾ ਕੱਢ ਸਕੋ ਤਾਂ ਗੁਰੂ ਦੀ ਕਿਰਪਾ ਹੈ। ਇਹ ਯਤਨ ਇਹੀ ਹੈ ਕਿ ਜਦੋਂ ਇਸ ਵਿਚਾਰ ਵਿੱਚ ਬੈਠੀਏ ਤੇ ਆਪ ਵੀ ਦਰਸ਼ਨ ਵਿੱਚ ਬੈਠਾ ਔਰ ਆਪ ਵੀ ਦਰਸ਼ਨ ਵਿੱਚ ਬੈਠ ਸਕੋ, ਮੈਂ ਵੀ ਦਰਸ਼ਨ ਵਿੱਚ ਬੈਠ ਸਕਾਂ, ਆਪ ਵੀ ਦਰਸ਼ਨ ਵਿੱਚ ਬੈਠ ਸਕੋ। ਫਿਰ ਇਹ ਜਿਹੜੀ ਵਿਚਾਰ ਹੈ ਅਭਿਆਸ ਬਣ ਜਾਂਦੀ ਹੈ, ਮਨ ਨੂੰ ਸਾਧਨ ਦਾ ਇੱਕ ਤਰੀਕਾ ਬਣ ਜਾਂਦਾ ਹੈ। ਕੁਝ ਸਮਾਂ ਇਹੋ ਜਿਹਾ ਜ਼ਿੰਦਗੀ ਦਾ, ਦਿਨ ਦਾ ਨਿਕਲ ਜਾਂਦਾ ਹੈ ਜਿਹਦੇ ਵਿੱਚ ਮਨ ਖੜਾ ਹੋ ਜਾਂਦਾ ਹੈ। ਸ਼ਬਦ ਦੇ ਇਉਂ ਸਮਝੀਏ ਜਿਵੇਂ ਸ਼ਬਦ ਨੂੰ ਪਕੜ ਕੇ ਅਸੀਂ ਮਨ ਨੂੰ ਖੜੇ ਕਰਨ ਦਾ ਯਤਨ ਕਰਦੇ ਹਾਂ। ਅਗਰ ਮੇਰਾ ਹੋ ਸਕੇ ਗੁਰੂ ਦੀ ਕਿਰਪਾ ਹੋਏ, ਅਗਰ ਆਪ ਦਾ ਹੋ ਸਕੇ ਗੁਰੂ ਦੀ ਕਿਰਪਾ ਹੋਏ, ਇਹੀ ਲਾਹਾ ਹੈ ਇਹਨਾਂ ਸ਼ਬਦਾਂ ਦਾ, ਇਹੀ ਲਾਹਾ ਹੈ ਇਹਨਾਂ ਵਿਚਾਰਾਂ ਦਾ ਕਿ ਮੇਰਾ ਮਨ ਕੁਛ ਦੇਰ ਸ਼ਾਂਤ ਹੋ ਜੇ, ਕੁਛ ਦੇਰ ਦੁਨੀਆ ਦੇ ਮੁਖ ਤੋਂ ਹਟ ਕੇ ਅੰਤਰਮੁਖੀ ਹੋ ਜੇ, ਕੁਛ ਦੇਰ ਆਨੰਦ ਦੀ ਘੜੀਆਂ ਨੂੰ ਭਾਲਣ ਲਈ ਨਿਕਲ ਜਾਏ, ਜਿੱਥੇ ਸਮਾਂ ਨਾ, ਸਮੇਂ ਦਾ ਕੋਈ ਪ੍ਰੈਸ਼ਰ ਨਾ ਹੋਏ, ਸੰਗਤ ਹੋਏ ਸ਼ਬਦ ਦੀ ਔਰ ਉਹਨਾਂ ਦੀ ਜੋ ਸ਼ਬਦ ਨੂੰ ਵਿਚਾਰਨ ਔਰ ਸ਼ਬਦ ਦੇ ਅਭਿਆਸ ਵਿੱਚ ਲੀਨ ਹੋਣਾ ਚਾਹੁੰਦੇ ਨੇ। ਸ਼ਬਦ ਇੱਕ ਨਿਰਾਕਾਰ ਦਾ ਪ੍ਰਗਟਾਵਾ ਹੈ ਦੁਨੀਆ ਵਿੱਚ। ਇਸ ਸ਼ਬਦ ਦੇ ਜ਼ਰੀਏ ਗੁਰੂ ਨਾਨਕ ਸਾਹਿਬ ਨੂੰ ਰਿਵੀਲ ਹੋਇਆ ਹੈ। ਇਹੀ ਸ਼ਬਦ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੈ। ਇਸੇ ਸ਼ਬਦ ਦੇ ਗਾਉਣ ਵਿੱਚ ਸਾਹਿਬ ਆਨੰਦ ਵਿੱਚ ਰਹੇ ਹਨ। ਰਬਾਬੀ ਮਰਦਾਨਾ ਜੀ ਨੂੰ ਨਾਲ ਲੈ ਕੇ ਦੁਨੀਆ ਫਿਰੇ ਹਨ। ਜਿਵੇਂ ਪੈਰ ਧਰਤੀ ਤੇ ਹਨ ਪਰ ਪੈਰ ਧਰਤੀ ਤੇ ਲੱਗਦੇ ਨਹੀਂ, ਸ਼ਬਦ ਦੇ ਸਹਾਰੇ ਉਡਾਰੀ ਵਿੱਚ ਰਹਿੰਦੇ ਹਨ। ਜਿਵੇਂ ਸ਼ਬਦ ਦੇ ਮਸਤਾਨੀ ਅਵਸਥਾ ਵਿੱਚ ਗੁਰੂ ਲੀਨ ਹੈ, ਪ੍ਰੇਮ ਵਿੱਚ ਲੀਨ ਹੈ ਔਰ ਸ੍ਰਿਸ਼ਟੀ ਦੇ ਵਿੱਚ ਜੋ ਹੋ ਰਿਹਾ ਹੈ ਉਹਦੇ ਦਰਸ਼ਨ ਕਰਕੇ ਸੋਧਣ ਦਾ ਯਤਨ ਕਰਦੇ ਹਨ, ਉਹਨੂੰ ਕਰੈਕਟ ਕਰਨ ਦਾ ਯਤਨ ਕਰਦੇ ਹਨ। ਕਰੈਕਟ ਕਿਸ ਦੇ ਨਾਲ? ਸੁਰਤੀ ਜਿਹੜੀ ਸ਼ਬਦ ਵਿੱਚ ਜੁੜੀ ਹੈ ਉਹ ਨਿਰਾਕਾਰ ਰੂਪ ਹੈ, ਉਹ ਇੱਕ ਰੈਫਰੈਂਸ ਪੁਆਇੰਟ ਬਣ ਜਾਂਦਾ ਹੈ, ਇੱਕ ਸੋਧਣ ਵਾਸਤੇ ਇੱਕ ਕਰੈਕਸ਼ਨ ਦਾ ਸਿਸਟਮ ਬਣ ਜਾਂਦਾ ਹੈ। ਮਹਾਰਾਜ ਉਸ ਸ਼ਬਦ ਔਰ ਸੁਰਤ ਦੇ ਗਿਆਨ ਚੋਂ ਕਰੈਕਸ਼ਨ ਕਰਦੇ ਜਾਂਦੇ ਹਨ। ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਆਰਤੀ ਦਾ ਹੈ ਮੀਨਿੰਗ ਖੋ ਬੈਠੇ ਹਨ, ਉੱਥੇ ਆਰਤੀ ਸਮਝਾਉਂਦੇ ਹਨ। ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਸਿੱਧਾਂ ਨੇ ਆਪਣੇ ਆਪ ਨੂੰ ਸੰਨਿਆਸ ਗਲਤ ਡਿਫਾਈਨ ਕਰ ਦਿੱਤਾ ਹੈ, ਉੱਥੇ ਸਾਹਿਬ ਉਹਨਾਂ ਨਾਲ ਵਾਰਤਾਲਾਪ ਕਰਕੇ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦੇ ਹਨ ਕਿ ਸਤ ਕਿੱਥੇ ਹੈ। ਇੱਕ ਰੂਹਾਨੀ ਅਵਸਥਾ ਵਿੱਚ, ਇੱਕ ਆਨੰਦ ਦੀ ਅਵਸਥਾ ਵਿੱਚ, ਇੱਕ ਜੁੜੀ ਹੋਈ ਬਿਰਤੀ ਵਿੱਚ ਜਦੋਂ ਗੁਰੂ ਧਰਤੀ ਤੇ ਆਉਂਦੇ ਹਨ ਤਾਂ ਉਹ ਕਈਆਂ ਦਾ ਉਧਾਰ ਕਰਦੇ ਹਨ। ਤਾਂ ਦੇਖੋ, ਗੁਰੂ ਦਾ ਆਣਾ ਕਾਲ ਤੋਂ ਪਰੇ ਹੈ। ਅੱਜ ਅਸੀਂ ਕਿੰਨੇ 100 ਸਾਲ ਬਾਅਦ ਗੁਰੂ ਨਾਨਕ ਸਾਹਿਬ ਦੇ ਵਿਚਾਰ ਜਦੋਂ ਕਰਦੇ ਹਾਂ, ਜੇ ਅਸੀਂ ਉਹਨਾਂ ਦਾ ਧਿਆਨ ਅੰਤਰ ਧਿਆਨ ਹੋ ਕੇ ਕਰਾਂਗੇ, ਜਪਜੀ ਵਿੱਚ ਲੀਨ ਹੋ ਕੇ ਜਪਜੀ ਦੇ ਦਰਸ਼ਨ ਕਰਾਂਗੇ, ਤਾਂ ਗੁਰੂ ਨਾਨਕ ਸਾਹਿਬ ਹਾਜ਼ਰ ਨਾਜ਼ਰ ਹਨ, ਕਿਤੇ ਨਹੀਂ ਗਏ ਹਨ। ਤਾਂ ਕਾਲ ਤੋਂ ਪਰੇ ਹੈ ਗੁਰੂ।
ਗੁਰੂ ਕਾਲ ਵਿੱਚ ਸਰੀਰ ਧਾਰ ਕੇ ਆਇਆ ਜ਼ਰੂਰ ਹੈ, ਪਰ ਗੁਰੂ ਦੇ ਦਰਸ਼ਨ ਸਦਾ ਅਕਾਲ ਹਨ, ਕਾਲ ਤੋਂ ਪਰੇ ਹਨ। ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਸ਼ਬਦ ਅਕਾਲ ਮੂਲ ਮੰਤਰ ਵਿੱਚ ਬਖਸ਼ਿਆ ਹੈ, ਇਹ ਸਮਝਣ ਲਈ ਕਿ ਕਾਲ ਨੂੰ ਕਿਵੇਂ ਫਤਿਹ ਕਰਨਾ ਹੈ। ਹਾਲਾਂਕਿ ਸਾਹਿਬ ਨੇ ਫਿਰ ਇਸ ਨੂੰ ਬੜੀ ਇੰਟਰਸਟਿੰਗਲੀ ਅੱਗੇ ਸਾਨੂੰ ਸਮਝ ਆਏਗੀ, ਕਿਉਂਕਿ ਅੱਜ ਮੈਂ ਜਪਜੀ ਦੇ ਰੈਫਰੈਂਸ ਤੋਂ ਵਿਚਾਰਦਾ ਸੀ ਕਿ ਅਕਾਲ ਦਾ ਰੈਫਰੈਂਸ ਅਗਰ ਮੈਂ ਜਪਜੀ ਵਿੱਚ ਲੈ ਕੇ ਜਾਵਾਂ ਤਾਂ ਮਹਾਰਾਜ ਕਿੱਥੇ ਕਾਲ ਨੂੰ ਫਤਿਹ ਕਰਨ ਦੀ ਗੱਲ ਕਰਦੇ ਤਾਂ ਹਨ, ਪਰ ਇਤਨੇ ਐਮਫੈਸਿਸ ਨਾਲ ਨਹੀਂ ਕਰਦੇ ਜਿਤਨਾ ਮੂਲ ਮੰਤਰ ਵਿੱਚ ਉਹਨਾਂ ਨੇ ਹਾਜ਼ਰ ਕੀਤਾ ਹੈ ਸ਼ਬਦ। ਉਹ ਅਸੀਂ ਫਿਰ ਅੱਗੇ ਚੱਲ ਕੇ ਵਿਚਾਰਾਂਗੇ ਕਿ ਮਹਾਰਾਜ ਨੇ ਇੱਕ ਵਿਧੀ ਬਖਸ਼ੀ ਹੈ, ਸਾਨੂੰ ਇੱਕ ਰਸਤਾ ਦੱਸਿਆ ਹੈ, ਇਹ ਕਾਲ ਦੇ ਵਿੱਚ ਕੀ ਹੈ ਤੇ ਕੀ ਮੇਰਾ ਹਿੱਸਾ ਕਾਲ ਤੋਂ ਪਰੇ ਹੈ, ਉਹ ਪ੍ਰਗਟ ਕੀਤਾ ਹੈ। ਤਾਂ ਮਹਾਰਾਜ ਕਾਲ ਤੋਂ ਪਰੇ ਦਰਸ਼ਨ ਦੇ ਰਹੇ ਨੇ, ਅਕਾਲ ਰੂਪ ਹੋ ਕੇ ਗੁਰੂ ਨਾਨਕ ਸਾਹਿਬ ਸਾਡੇ ਕੋਲ ਆਏ ਹਨ, ਸਾਨੂੰ ਦੁਨੀਆ ਦਾ ਸੱਚ ਦੱਸਦੇ ਹਨ। ਇਹ ਦੱਸਦੇ ਹਨ ਕਿ ਜੋ ਕਾਲ ਵਿੱਚ ਹੈ ਉਹ ਸਦਾ ਚੇਂਜਿੰਗ ਹੈ, ਸਦਾ ਪਰਿਵਰਤਨ ਵਿੱਚ ਹੈ, ਉਹ ਸਟੇਬਲ ਨਹੀਂ ਹੈ, ਉੱਥੇ ਹਮੇਸ਼ਾ ਚੇਂਜ ਹੁੰਦਾ ਰਹਿਣਾ ਹੈ। ਇਹ ਸੰਸਾਰ ਸ਼ਬਦ ਉੱਥੋਂ ਬਣਿਆ ਹੈ। ਸੰਸਾਰ ਦਾ ਅਰਥ ਹੁੰਦਾ ਹੈ ਜੋ ਸਦਾ ਹੀ ਘੁੰਮਦਾ ਰਹੇ, ਸਦਾ ਹੀ ਚੇਂਜ ਹੁੰਦਾ ਰਹੇ। ਸਮੇਂ ਦਾ ਰੈਫਰੈਂਸ ਵੀ ਉੱਥੋਂ ਹੀ ਆਇਆ ਹੈ। ਇਹ ਦਿਨ ਰਾਤ, ਘੜੀਆਂ, ਤਿਥੀਆਂ, ਇਹ ਸਭ ਚੇਂਜ ਦਾ ਹੀ ਐਗਜ਼ਾਮਪਲ ਹੈ। ਜਿਤਨੇ ਸਮੇਂ ਨੇ, ਜਿਤਨੇ ਕੈਲੰਡਰ ਨੇ, ਇਹ ਸਭ ਸਾਨੂੰ ਯਾਦ ਕਰਾਉਂਦੇ ਹੈ ਕਿ ਮਨ ਚੰਚਲ ਰੂਪ ਵਿੱਚ ਹਾਜ਼ਰ ਹੈ ਇੱਥੇ, ਔਰ ਮਨ ਅਸਥਿਰ ਹੈ, ਮਨ ਅਨਸਟੇਬਲ ਹੈ, ਔਰ ਮਨ ਦਾ ਸਾਨੂੰ ਆਪ ਕਾਬੂ ਨਹੀਂ ਹੈ। ਇਸ ਕਾਲ ਦੇ ਅੰਦਰ ਮਨ ਮਾਲਕ ਹੈ, ਮੈਂ ਮਾਲਕ ਨਹੀਂ ਹਾਂ। ਕਾਲ ਦੇ ਅੰਦਰ ਜਿਹੜਾ ਮੇਰਾ ਮਨ ਹੈ ਉਸ ਨੂੰ ਮੈਂ ਕਿਸ ਤਰ੍ਹਾਂ ਬੰਨਣਾ ਹੈ, ਉਸ ਨੂੰ ਮੈਂ ਕਿਸ ਤਰ੍ਹਾਂ ਜੋਤ ਦਿਖਾਣੀ ਹੈ, ਉਸ ਨੂੰ ਮੈਂ ਕਿਸ ਤਰ੍ਹਾਂ ਗੁਰੂ ਦੇ ਮੁਖ ਵੱਲ ਕਰਨਾ ਹੈ, ਉਸ ਨੂੰ ਮੈਂ ਕਿਸ ਤਰ੍ਹਾਂ ਆਨੰਦ ਵਿੱਚ ਲਿਜਾਣਾ ਹੈ। ਇਹ ਗੁਰੂ ਸਾਹਿਬ ਦਾ ਸਾਨੂੰ ਉਪਦੇਸ਼ ਹੈ, ਆਦੇਸ਼ ਹੈ, ਗੁਰੂ ਦੀ ਸੰਗਤ ਦੀ ਕਿਰਪਾ ਹੈ, ਔਰ ਉਹਨਾਂ ਦੀ ਅਸੀਸ ਹੈ। ਸ਼ਬਦ ਦੇ ਰਾਹੀਂ ਉਹਨਾਂ ਦੀ ਅਸੀਸ ਸਾਡੇ ਕੋਲ ਆਉਂਦੀ ਹੈ। ਮਹਾਰਾਜ ਨੇ ਸਾਨੂੰ ਇਹ ਜੋ ਦੱਸਿਆ ਹੈ ਕਾਲ, ਇਹ ਹੈ ਕੀ? ਇਹ ਸਮਾਂ ਹੈ, ਔਰ ਮੇਰਾ ਮਨ ਇਸ ਸਮੇਂ ਦੇ ਅੰਦਰ ਕਾਲ ਵਿੱਚ ਪਰਿਵਰਤਨ ਵਿੱਚ ਹੈ। ਇਹ ਪਾਸਟ, ਪ੍ਰੈਜ਼ੈਂਟ ਔਰ ਫਿਊਚਰ ਅਗਰ 3 ਕਾਲ ਲੈ ਕੇ ਚੱਲੀਏ ਤਾਂ ਮਨ ਦੇ ਵਿੱਚ ਸੰਕਲਪ ਮੈਂ ਇੰਨੇ ਪਾ ਦਿੱਤੇ ਨੇ, ਇਤਨੀ ਮੈਂ ਕਾਮਨਾਵਾਂ ਪਾ ਦਿੱਤੀਆਂ, ਡਿਜ਼ਾਇਰਸ ਪਾ ਦਿੱਤੇ ਹੈ ਮਨ ਵਿੱਚ, ਕਿ ਇਹ ਮੈਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਇਹ ਸਭ ਕੁਝ ਅੱਜ ਨਹੀਂ ਪਾ ਸਕਾਂਗਾ। ਤਾਂ ਅਗਰ ਮੇਰੇ ਤੇ ਸਪੋਜ਼ ਇੱਕ ਭਾਰ ਹੈ ਜਿਹੜਾ ਮੈਂ ਅੱਜ ਨਹੀਂ ਪਾ ਸਕਾਂਗਾ, ਇੱਕ ਸਿਰ ਤੇ ਬੋਝ ਹੈ ਜਿਹਦੇ ਕਰਕੇ ਮੈਂ ਇਨਕੰਪਲੀਟ ਫੀਲ ਕਰਦਾ, ਅਧੂਰਾ ਫੀਲ ਕਰਦਾ, ਔਰ ਮੈਂ ਸਭ ਪ੍ਰਸ਼ਨ ਆਪਣੇ ਆਪ ਵਿੱਚ ਪਾ ਦਿੱਤੇ ਨੇ, ਆਪਣੇ ਅੰਤਰ ਵਿੱਚ ਪਾ ਦਿੱਤੇ ਨੇ। ਇਹ ਮੇਰਾ ਬੋਝ ਹੈ, ਇਹਦਾ ਮੈਂ ਅੱਜ ਜਵਾਬ ਨਹੀਂ ਦੇ ਸਕਦਾ। ਇਸ ਕਰਕੇ ਮੇਰਾ ਮਨ ਕੱਲ ਵੱਲ ਦੌੜਦਾ ਹੈ, ਕਿਉਂਕਿ ਮੇਰੇ ਜਿਤਨੇ ਅਧੂਰੇ ਪ੍ਰਸ਼ਨ ਅੱਜ ਨੇ, ਇਹਨਾਂ ਦਾ ਜਵਾਬ ਮੇਰੇ ਕੋਲ ਅੱਜ ਨਹੀਂ ਹੈ। ਮੈਂ ਕੀ ਚਾਹੁੰਦਾ ਹਾਂ, ਕਿਹੜੀ ਮੇਰੀ ਇੱਛਾਵਾਂ ਨੇ, ਕਿਹੜੀ ਮੇਰੇ ਡਿਜ਼ਾਇਰਸ ਨੇ, ਇਹ ਸਭ ਮੈਂ ਆਪ ਹੀ ਪਾਈਆਂ ਨੇ। ਕਿੱਥੋਂ ਪਾਈਆਂ ਹੈ? ਇਹ ਅੱਖੋਂ ਦੇਖੀਆਂ, ਇੰਦਰੀਆਂ ਤੋਂ ਗਿਆਨ ਲੈ ਕੇ, ਇੰਦਰੀਆਂ ਤੋਂ ਸਮਝ ਕੇ ਕਿ ਸੁੱਖ ਦਾ ਕਾਰਨ ਕੁਛ ਹੋਣਾ ਹੈ, ਉਹਨਾਂ ਪਦਾਰਥਾਂ ਦਾ ਪਾਤਾ, ਜਾਂ ਉਹਨੇ ਰਿਸ਼ਤਿਆਂ ਦਾ ਪਾ ਦਿੱਤਾ, ਜਾਂ ਉਸ ਸਮੇਂ ਦਾ ਪਾਤਾ ਕਿ ਇਹੋ ਜਿਹੇ ਸਥਾਨ ਮਿਲ ਜਾਣ, ਇਹੋ ਜਿਹਾ ਸਮੇਂ ਆ ਜਾਏ ਤਾਂ ਮਨ ਵਿੱਚ ਬੜਾ ਖੇੜਾ ਰਹੇਗਾ, ਸਦਾ ਆਨੰਦ ਰਹੇਗਾ। ਇਹੋ ਜਿਹੇ ਐਕਸਪੀਰੀਅੰਸਿਸ ਨੂੰ ਮੈਂ ਗੇਨ ਕਰਕੇ ਫਿਰ ਮੈਂ ਮਨ ਵਿੱਚ ਆਪਣੇ ਅਧੂਰੇ ਮਨ ਵਿੱਚ ਅਧੂਰਤਾ ਪਾ ਦਿੰਦਾ ਵਾਂ, ਇਨਕੰਪਲੀਟਨੈਸ ਪਾ ਦਿੰਦਾ ਵਾਂ, ਕਿਉਂਕਿ ਇਹ ਕਾਮਨਾਵਾਂ, ਇਹ ਸਾਰੀ ਡਿਜ਼ਾਇਰਸ ਅੱਜ ਪੂਰੀਆਂ ਨਹੀਂ ਹੋ ਸਕਦੀਆਂ। ਤਾਂ ਮਨ ਮੇਰਾ ਕੱਲ ਨੂੰ ਫਿਰਦਾ ਹੈ, ਕੱਲ ਪੂਰੀਆਂ ਹੋਣਗੀਆਂ, ਫਿਰ ਕੱਲ ਤੋਂ ਫਿਰ ਅੱਗੇ ਕੱਲ ਹੋ ਜਾਂਦਾ ਹੈ, ਇਹ ਸਦਾ ਅੱਗੇ ਲਈ ਘੁੰਮਦਾ ਰਹਿੰਦਾ। ਇਸ ਕਰਕੇ ਮਨ ਮੇਰਾ ਅੱਜ ਹਾਜ਼ਰ ਨਹੀਂ ਹੈ, ਇਹ ਹਮੇਸ਼ਾ ਅੱਗੇ ਲਈ ਫਿਰਦਾ ਹੈ, ਅੱਗੇ ਲਈ ਜਾਂਦਾ ਹੈ। ਤਾਂ ਮਨ ਜਿਹੜਾ ਹੁਣ ਹੈ ਡਿਵਾਈਡ ਹੋ ਗਿਆ ਹੈ। ਜਿੱਥੇ ਉਹ ਹੈ, ਜਿੱਥੇ ਮੈਂ ਹਾਂ, ਉੱਥੇ ਮੇਰਾ ਮਨ ਨਹੀਂ ਹੈ। ਮਨ ਮੇਰਾ ਹਮੇਸ਼ਾ ਕਾਲ ਦੇ ਅੰਦਰ ਅੱਗੇ ਚੱਲਦਾ ਹੈ।
ਜਾਂ ਫਿਰ ਜੋ ਮੇਰੇ ਪਿਛਲੇ ਦੁੱਖ ਸੁੱਖ ਨੇ ਉਹਨਾਂ ਨੂੰ ਮੈਂ ਰੀਲਿਵ ਕਰਦਾ। ਮੇਰੇ ਨਾਲ ਕੁਝ ਸਾਲ ਪਹਿਲੇ ਕੁਝ ਹਾਦਸਾ ਹੋਇਆ, ਉਹਦਾ ਦੁੱਖ ਮੇਰੇ ਅੰਦਰ ਹੈ, ਉਹਦਾ ਡਰ ਮੇਰੇ ਅੰਦਰ ਹੈ। ਉਹ ਡਰ ਬਾਅਦ ਦਫਾ ਸਾਹਮਣੇ ਆਉਂਦਾ ਹੈ। ਔਰ ਆਪ ਮੰਨਣਾ ਇਸ ਗੱਲ ਨੂੰ, ਜਦੋਂ ਆਪ ਕਦੇ ਧਿਆਨ 'ਚ ਬੈਠੋਗੇ ਤਾਂ ਪੁਰਾਤਨ ਡਰ ਇਸ ਤਰ੍ਹਾਂ ਸਾਹਮਣੇ ਆਉਂਦੇ ਆ ਜਿਵੇਂ ਕਿ ਅੱਜ ਹੋਇਆ ਹੋਏ ਕੁਝ। ਇਹ ਭੇਦ ਕਰਨਾ ਫਰਕ ਹੋ ਜਾਂਦਾ ਹੈ ਕਿ ਇਹ ਡਰ ਰੀਅਲ ਹੈ ਕਿ ਇਹ ਮੇਰੇ ਪਾਸ ਤੋਂ ਆ ਰਿਹਾ ਹੈ। ਕਿਉਂਕਿ ਮਨ ਦੇ ਵਿੱਚ ਇਮੈਜੀਨੇਸ਼ਨ ਪਾਵਰ ਬੜੀ ਸਟਰੋਂਗ ਹੁੰਦੀ ਹੈ। ਇਸ ਕਰਕੇ ਇਹਨੂੰ ਹਰ ਵਾਰ ਸਾਨੂੰ ਰਿਐਲਿਟੀ ਨਾਲ ਕ੍ਰਾਸ ਚੈੱਕ ਕਰਨਾ ਜ਼ਰੂਰੀ ਹੁੰਦਾ ਹੈ ਕਿ ਮਨ ਜਿਹੜਾ ਹੈ ਇਹ ਜੋ ਸੋਚ ਰਿਹਾ ਹੈ ਅਸਲ ਹੈ ਕਿ ਨਹੀਂ ਹੈ। ਤਾਂ ਮਨ ਜਾਂ ਅੱਗੇ ਨੂੰ ਜਾਏਗਾ ਜਾਂ ਪੁਰਾਣੇ ਦੁੱਖਾਂ ਨਾਲ ਰਿਲੇਟ ਹੋ ਕੇ ਪਿੱਛੇ ਨੂੰ ਜਾਏਗਾ। ਕਦੇ ਕਦੇ ਸੁੱਖ ਨੂੰ ਵੀ ਜਾਂਦਾ ਹੈ, ਪਰ ਬਾਅਦ ਦਫਾ ਦੁੱਖ ਜ਼ਿਆਦਾ ਖਿੱਚਦੇ ਆ ਮਨ ਨੂੰ। ਇਹਨਾਂ ਨੂੰ ਐਨੀਗ੍ਰਾਮ ਕਹਿੰਦੇ ਕੁਝ ਅੰਗਰੇਜ਼ ਲੋਕ। ਐਨੀਗ੍ਰਾਮ ਇੱਕ ਐਨਰਜੀ ਸੈਂਟਰਸ, ਸੁੱਖ ਔਰ ਦੁੱਖ ਦੇ ਗਹਿਨ ਕਾਰਨ ਜਿਹੜੇ ਨਾਲ ਸਾਡੇ ਹੁੰਦੇ ਆ ਉਹ ਐਨਰਜੀ ਫਲਕਸ ਦੇ ਸੈਂਟਰਸ ਨੇ। ਉਹਨਾਂ ਤੋਂ ਚੇਂਜ ਲਿਆਇਆ ਜਾ ਸਕਦਾ ਜੀਵਨ ਵਿੱਚ। ਕੁਝ ਬੜਾ ਗੰਭੀਰ ਹਾਦਸਾ ਹੋਇਆ ਔਰ ਉਸ ਨੂੰ ਮੈਂ ਪੂਰਾ ਰੀਲਿਵ ਕਰਾਂ, ਉਸ ਦੇ ਦੁੱਖ ਸੁੱਖ ਨੂੰ ਰੀਲਿਵ ਕਰਾਂ, ਤਾਂ ਮੈਨੂੰ ਗਿਆਨ ਹੋ ਜਾਏਗਾ ਕਿ ਜੀਵਨ ਅਸਲੀਅਤ ਵਿੱਚ ਹੈ ਕੀ। ਜਿਵੇਂ ਅਸੀਂ ਪਹਿਲੇ ਗੱਲ ਵਿਚਾਰੀ ਸੀ ਕਿ ਅਸੀਂ ਜਦੋਂ ਕਿਸੇ ਚੀਜ਼ ਦਾ ਸੁੱਖ ਭੋਗਦੇ ਹਾਂ, ਜਦੋਂ ਉਹਦਾ ਦੁੱਖ ਸਾਹਮਣੇ ਆਉਂਦਾ ਹੈ ਤਾਂ ਅਸੀਂ ਉਸ ਤੋਂ ਭੱਜਦੇ ਹਾਂ। ਤਾਂ ਫਿਰ ਉਹ ਜਿਹੜਾ ਐਕਸਪੀਰੀਅੰਸ ਹੈ ਉਹ ਸਾਡੇ ਤੋਂ ਅਧੂਰਾ ਰਹਿੰਦਾ ਹੈ। ਸਾਨੂੰ ਸਿਰਫ ਉਹਦਾ ਸੁੱਖ ਸਮਝ ਆਇਆ, ਦੁੱਖ ਸਮਝ ਹੀ ਨਹੀਂ ਆਇਆ। ਤਾਂ ਜਦੋਂ ਸੁੱਖ ਔਰ ਦੁੱਖ ਦੋਨੋਂ ਆਣਗੇ ਤਾਂ ਸਾਨੂੰ ਸਮਝ ਆਏਗੀ ਕਿ ਮੇਰੇ ਸੁੱਖ ਦੀ ਭਾਲ ਵਿੱਚ ਹੀ ਦੁੱਖ ਨਾਲ ਆਇਆ ਹੈ, ਸੁੱਖ ਦੀ ਭਾਲ ਵਿੱਚ ਦੁੱਖ ਮੇਰੇ ਨਾਲ ਹੈ। ਔਰ ਇਹ ਸੁੱਖ ਔਰ ਦੁੱਖ ਜਿਹੜੇ ਨੇ ਇਹ ਦੋ ਕੱਪੜਿਆਂ ਦੀ ਤਰ੍ਹਾਂ ਮੈਨੂੰ ਦਿੱਤੇ ਨੇ ਸ੍ਰਿਸ਼ਟੀ ਨੇ। ਇਹ ਮੇਰੇ ਕੋਲ ਆਉਂਦੇ ਜਾਂਦੇ ਰਹਿਣਗੇ। ਇਹ ਮੇਰਾ ਸੱਤ ਨਹੀਂ ਹੈ, ਇਹ ਮੇਰੀ ਪਰਿਪੂਰਨਤਾ ਨਹੀਂ ਕਰ ਸਕਦੇ, ਇਹ ਮੈਨੂੰ ਸਟੇਬਲ ਨਹੀਂ ਕਰ ਸਕਦੇ, ਇਹ ਮੈਨੂੰ ਵਿਸ਼ਰਾਮ ਨਹੀਂ ਦਿਲਾ ਸਕਦੇ, ਇਹ ਮੈਨੂੰ ਆਨੰਦ ਨਹੀਂ ਦਿਲਾ ਸਕਦੇ। ਤਾਂ ਮੈਂ ਸੁੱਖ ਦੀ ਭਾਲ ਫਿਰ ਘਟਾ ਦਿਆਂਗਾ, ਜਾਂ ਫਿਰ ਮੈਂ ਅਗਰ ਸੁੱਖ ਦੀ ਭਾਲ ਕਰਾਂਗਾ ਤਾਂ ਸਮਝ ਜਾਵਾਂਗਾ ਕਿ ਦੁੱਖ ਵੀ ਆਏਗਾ ਤਾਂ ਜੀਣਾ ਪਏਗਾ। ਕਾਲ ਦੇ ਅੰਦਰ ਰਹਿੰਦੇ ਹੋਏ ਇਹ ਅਸਥਿਰ ਅਵਸਥਾ ਮਨ ਦੀ ਸਦਾ ਨਾਲ ਚੱਲਦੀ ਹੈ। ਤਾਂ ਗੁਰੂ ਸਾਹਿਬ ਸਾਨੂੰ ਮਨ ਦੇ ਕਿਹੜੇ, ਸਰੀਰ ਦੇ ਕਿਹੜੇ ਵਿਧੀ ਹੈ, ਮਨ ਦੀ ਕਿਹੜੀ ਵਿਧੀ ਹੈ, ਇਸ ਬਾਰੇ ਇੱਕ ਵਾਰ ਵਿਚਾਰਦੇ ਹਾਂ ਕਿ ਕਾਲ ਦੇ ਵਿੱਚ ਰਹਿੰਦੇ ਹੋਏ ਇਹ ਸਰੀਰ ਤਾਂ ਅਸੀਂ ਜਾਣਦੇ ਹਾਂ ਕਾਲ ਦੇ ਅੰਦਰ ਹੈ, ਕਿ ਗੁਰੂ ਸਾਹਿਬ ਨੇ ਵੀ ਸਾਨੂੰ ਸਮਝਾਇਆ ਹੈ, ਜਾਗ ਲਿਓ ਰੇ ਮਨਾ ਜਾਗ ਲਿਓ, ਕਾਹੇ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਆ, ਮਾਤ ਪਿਤਾ ਸੁਤ ਬੰਦ ਜਨ, ਜਿਤਨੇ ਵੀ ਸਾਡੇ ਸਗੇ ਸੰਬੰਧੀ ਨੇ। ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਕਿ ਭਾਈ ਇਹ ਸਰੀਰ ਵੀ ਨਹੀਂ ਰਹਿਣਾ ਆਪਣਾ, ਇਹ ਸਰੀਰ ਨੂੰ ਆਪਣਾ ਨਾ ਸਮਝੋ। ਤਾਂ ਇਹ ਅਭਿਆਸ ਦੀ ਵੀ ਵਿਧੀ ਬਣ ਸਕਦੀ ਹੈ ਕਿ ਅਸੀਂ ਇਹ ਆਪਣੇ ਆਪ ਨੂੰ ਧਿਆਨ ਵਿੱਚ ਦੱਸ ਸਕੀਏ ਕਿ ਇਹ ਮੈਂ ਸਰੀਰ ਨਹੀਂ ਹਾਂ, ਇਹ ਮੇਰੀ ਰਿਐਲਿਟੀ ਨਹੀਂ ਹੈ, ਇਹ ਮੇਰਾ ਇੱਕ ਟ੍ਰਾਂਜ਼ੀਐਂਟ ਫੇਜ਼ ਹੈ। ਇਹ ਸਰੀਰ ਮੈਨੂੰ ਦਿੱਤਾ ਹੈ, ਇਹ ਇੱਕ ਵਹੀਕਲ ਦੀ ਤਰ੍ਹਾਂ ਹੈ ਜਿਸ ਨੂੰ ਵਰਤ ਕੇ ਮੈਂ ਅਸਲ ਵਿੱਚ ਪ੍ਰਾਪਤ ਕੀ ਕਰਨਾ ਹੈ ਉਹ ਮੈਂ ਗੁਰੂ ਤੋਂ ਸਮਝਾਵਾਂ। ਤਾਂ ਗੁਰੂ ਸਾਹਿਬ ਜੋ ਸਾਨੂੰ ਸਮਝਾਉਂਦੇ ਹਨ, ਸਰੀਰ ਜਿਹੜਾ ਹੈ ਸਾਨੂੰ ਪਤਾ ਹੈ ਕਿ ਨਾਸ਼ਮਾਨ ਹੈ, ਕਾਲ ਦੇ ਅੰਦਰ ਹੈ, ਸਮੇਂ ਤੋਂ ਖਤਮ ਹੋਏਗਾ। ਇਸੇ ਤਰ੍ਹਾਂ ਜਦੋਂ ਸਰੀਰ ਜਾਏਗਾ ਤਾਂ ਧਨ ਵੀ ਜਾਏਗਾ, ਸਾਰੇ ਰਿਸ਼ਤੇ ਵੀ ਜਾਣਗੇ, ਸਟੇਟਸ ਵੀ ਜਾਏਗਾ। ਇਹ ਤੇ ਸਭ ਆਸਾਨੀ ਨਾਲ ਸਮਝ ਆ ਜਾਂਦਾ ਹੈ। ਮਨ ਦਾ ਕੀ ਹੈ, ਇਹ ਮਨ ਕਿੱਥੇ ਰਹਿੰਦਾ ਹੈ ਤੇ ਮਨ ਦੇ ਕਿਹੜੇ ਹਿੱਸੇ ਕਾਲ ਵਿੱਚ ਨੇ, ਕਿ ਮਨ ਵੀ ਕਾਲ ਦੇ ਅੰਦਰ ਹੈ ਕਿ ਮਨ ਵੀ ਕਾਲ ਤੋਂ ਪਰੇ ਹੈ। ਇਹ ਪ੍ਰਸ਼ਨ ਬੜਾ ਡੂੰਘਾ ਹੈ ਔਰ ਇਹਨੂੰ ਵਿਚਾਰਨਾ ਬਣਦਾ ਹੈ, ਕਿਉਂਕਿ ਅਕਾਲ ਮੂਰਤ ਨੂੰ ਸਮਝਣ ਵਾਸਤੇ ਮੈਨੂੰ ਆਪਣਾ ਕਾਲ ਪੂਰਾ ਸਮਝਣਾ ਪਏਗਾ ਪਹਿਲਾਂ, ਕਿ ਮੇਰੇ ਜੀਵਨ ਵਿੱਚ ਕੋਈ ਐਸਾ ਹਿੱਸਾ ਹੈ ਜੋ ਅਕਾਲ ਦੇ ਦਰਸ਼ਨ ਕਰ ਸਕਦਾ ਹੈ। ਇਹਦਾ ਮਤਲਬ ਕੀ ਹੈ? ਅਕਾਲ ਦੇ ਦਰਸ਼ਨ ਤਾਂ ਉਹੀ ਕਰੇਗਾ ਜਿਹੜਾ ਅਕਾਲ ਆਪ ਹੋ ਸਕੇਗਾ। ਕਾਲ ਦੇ ਵਿੱਚ ਰਹਿੰਦੇ ਹੋਏ ਅਸੀਂ ਅਕਾਲ ਦੇ ਦਰਸ਼ਨ ਨਹੀਂ ਕਰ ਸਕਾਂਗੇ।
ਕਿਉਂਕਿ ਅਕਾਲ ਜਿਹੜਾ ਹੈ ਉਹ ਸਟੇਬਲ ਹੈ, ਉਹ ਫੋਰਐਵਰ ਹੈ, ਉਹ ਸਮੇਂ ਤੋਂ ਪਰੇ ਹੈ ਤੇ ਮੈਂ ਸਮੇਂ ਦੇ ਅੰਦਰ ਹਾਂ। ਕੀ ਮੇਰੇ ਮਨ ਦਾ ਕੋਈ ਹਿੱਸਾ ਹੈ ਜਿਹੜਾ ਅਕਾਲ ਦੇ ਦਰਸ਼ਨ ਕਰ ਸਕਦਾ ਹੈ? ਤਾਂ ਗੁਰੂ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਨਾਂ ਤੋਂ ਕੀ ਅਸੀਂ ਸਮਝ ਸਕਦੇ ਹਾਂ? ਜੋ ਗੁਰੂ ਮਹਾਰਾਜ ਸਾਨੂੰ ਦਰਸ਼ਨ ਦੱਸਦੇ ਹੈ, ਕਾਲਹੀਨ ਕਲਾ ਸੁਯੰਗਤ ਅਕਾਲ ਪੁਰਖ ਆਦੇਸ਼, ਸੁਣੀਏ ਪੋ ਨਾ ਸਕੇ ਕਾਲ। ਇਹ ਦੇਖੋ ਮਹਾਰਾਜ ਦੇ ਦੱਸਦੇ ਹੈ ਕਿ ਕੁਝ ਸੁਣਨ ਦੀ ਵਿਧੀ ਵਿੱਚ ਵੀ ਮਹਾਰਾਜ ਨੇ ਖੋਲੇ ਸਨ ਸਾਨੂੰ। ਜਦੋਂ ਜਪਜੀ ਵਿੱਚੋਂ ਹੀ ਅਸੀਂ ਕਾਲ ਤੇ ਭੇਦ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮਹਾਰਾਜ ਸਾਨੂੰ ਦਰਸ਼ਨ ਸੁਣੀਏ ਦੇ ਕਰਾਉਂਦੇ ਨੇ। ਸੁਣਨਾ ਕੀ ਹੈ? ਅਸੀਂ ਪੂਰੀ ਵਿਚਾਰੀ ਗੱਲ ਮਹਾਰਾਜ ਕਹਿੰਦੇ ਸੁਣ ਲਓ ਭਾਈ, ਕਾਲ ਤੋਂ ਪਰੇ ਜਾਣਾ ਹੈ। ਉਹ ਕਿਹੜੀ ਚੀਜ਼ ਹੈ ਸੁਣਨੀ? ਮੈਨੂੰ ਫਿਰ ਸੁਣਨ ਦਾ ਮਤਲਬ ਹੈ ਇਹਦਾ ਮਤਲਬ ਇਹ ਹੋਇਆ ਕਿ ਸੁਣਨ 'ਚ ਇਹ ਸ਼ਕਤੀ ਹੈ ਕਿ ਮੈਨੂੰ ਕਾਲ ਤੋਂ ਪਰੇ ਅਕਾਲ ਵਿੱਚ ਲੈ ਜਾਏਗੀ। ਇਸ ਕਰਕੇ ਇਹਦੇ ਵਿੱਚ ਇਹਦਾ ਇਹ ਮਤਲਬ ਵੀ ਬਣਦਾ ਹੈ ਕਿ ਸੁਣਨ ਦੇ ਵਿੱਚ ਉਹ ਸ਼ਕਤੀ ਹੈ ਕਿ ਮੇਰਾ ਕੋਈ ਹਿੱਸਾ ਅਕਾਲ ਦਾ ਰੂਪ ਜਾਣ ਸਕਦਾ ਹੈ। ਮਨ ਦਾ ਕੋਈ ਹਿੱਸਾ, ਮਨ ਦਾ ਇੱਕ ਹਿੱਸਾ ਹੈ ਜਿਹੜਾ ਸੁਣਨ ਨਾਲ ਅਕਾਲ ਵੱਲ ਜਾ ਸਕਦਾ ਹੈ। ਸਰੀਰ ਤਾਂ ਜਾਏਗਾ ਅਕਾਲ ਵਿੱਚ, ਪਰ ਮਨ ਬਚ ਸਕਦਾ ਹੈ ਔਰ ਮਨ ਦੇ ਐਕਸਪੀਰੀਅੰਸ ਨਾਲ ਮੈਂ ਅਕਾਲ ਨੂੰ ਜਾਣ ਸਕਦਾ ਹਾਂ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹੈ, ਗੱਲ ਸੁਣਨ ਦੀ ਗੱਲ ਕਰਦੇ ਹੈ। ਕਿਹੜੀ ਚੀਜ਼ ਨੂੰ ਸੁਣਨਾ ਹੈ? ਸੂਫੀ ਇਹਨੂੰ ਕਹਿੰਦੇ ਸਾਊਂਡ ਆਫ ਸਾਇਲੈਂਸ। ਗੁਰੂ ਨਾਨਕ ਸਾਹਿਬ ਸਾਨੂੰ ਸ਼ਬਦ ਬਖਸ਼ਦੇ ਹੈ ਕਿ ਸ਼ਬਦ ਨੂੰ ਪਕੜ ਲਓ ਭਾਈ। ਸ਼ਬਦ ਨਿਰਾਕਾਰ ਨੇ ਪ੍ਰਗਟ ਕੀਤਾ ਹੈ, ਨਿਰਾਕਾਰ ਰੂਪ ਹੈ, ਗੁਰੂ ਹੈ, ਥਿਰ ਹੈ, ਸਦਾ ਲਈ ਹੈ। ਸ਼ਬਦ ਦਾ ਰੂਪ ਹੋ ਜਾਓ। ਅੱਜ ਰਵਿੰਦਰ ਵੀਰ ਦੀ ਫੇਸਬੁੱਕ ਮੈਂ ਦੇਖੀ, ਉਹਨਾਂ ਨੇ ਲਿਖਿਆ ਕਿ ਫੇਥ ਨੂੰ ਕਮਾਉਣਾ ਪੈਂਦਾ ਹੈ। ਕਿਵੇਂ ਕਮਾਵਾਂਗੇ ਫੇਥ ਨੂੰ? ਕਿ ਮੇਰੇ 'ਚ ਸ਼ਮਤਾ ਹੈ ਕਿ ਸੁਰਤ ਔਰ ਸ਼ਬਦ ਵਿੱਚ ਮੈਂ ਆਪਣੇ ਆਪ ਨੂੰ ਗਵਾ ਦਿਆਂ, ਮੇਰਾ ਖਤਮ ਹੋ ਜੇ। ਕਿਉਂਕਿ ਆਪ ਅਗਰ ਧਿਆਨ ਕਰੋ, ਅਸੀਂ ਕੱਲ ਸ਼ਬਦ ਦੀ ਗੱਲ ਕੀਤੀ ਸੀ, ਜਿੱਥੋਂ ਸਿੱਧਾ ਨੇ ਗੁਰੂ ਨਾਨਕ ਨੂੰ ਪੁੱਛਿਆ, ਕਵਣ ਮੂਲ ਕਵਣ ਮਤ ਵੇਲਾ, ਕਵਣ ਗੁਰੂ ਕਿਸਕਾ ਤੂੰ ਚੇਲਾ। ਮਹਾਰਾਜ ਨੇ ਕਿਹਾ, ਪਵਨ ਆਰੰਭ ਸਤਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਸੁਰਤ ਚੇਲਾ ਹੈ, ਸ਼ਬਦ ਗੁਰੂ ਹੈ। ਮੈਂ ਤਾਂ ਹੈ ਹੀ ਨਹੀਂ ਇੱਥੇ। ਮੈਂ ਤੇ ਬਿਨਾਂ ਹੀ ਸ਼ਬਦ ਔਰ ਸੁਰਤ ਦਾ ਮੇਲ ਹੋਏਗਾ। ਮੈਂ ਜਦੋਂ ਤੱਕ ਰਹੇਗਾ ਤਾਂ ਕਾਲ ਦੇ ਅੰਦਰ ਹੋਵਾਂਗੇ। ਮਹਾਰਾਜ ਇਹ ਹੁਣ ਟਾਰਗੇਟ ਮਿਲ ਗਿਆ ਸਾਨੂੰ। ਇਸ ਮੈਂ ਨੂੰ ਲੱਭੀਏ ਕਿ ਕਿੱਥੇ ਮੈਂ ਖੜਾ ਕੀਤਾ ਹੈ। ਮੈਂ ਇਹਦੇ ਨਾਲ ਕਿਸ ਤਰ੍ਹਾਂ ਖਹਿੜਾ ਛੁਟਾ ਸਕਦੇ ਹਾਂ। ਆਸਾ ਦੀ ਵਾਰ 'ਚ ਮਹਾਰਾਜ ਖੋਲਦੇ ਵੀ ਹਨ। ਦੇਖੋ, ਗੁਰੂ ਸਾਹਿਬ ਸਾਨੂੰ ਇੱਕ ਰਾਜ ਬਖਸ਼ਣ ਆਏ ਹਨ ਜਿਹੜਾ ਸਦਾ ਲਈ ਹੈ। ਗੁਰੂ ਸਾਹਿਬ ਸਾਨੂੰ ਇੱਕ ਇਹੋ ਜਿਹੇ ਦਰਸ਼ਨ ਦੇਣ ਆਏ ਹਨ ਜਿਹੜੇ ਸਾਡੇ ਤੋਂ ਕੋਈ ਲੈ ਨਾ ਸਕੇ। ਗੁਰੂ ਸਾਹਿਬ ਸਾਨੂੰ ਇਹੋ ਜਿਹੇ ਸਥਾਨ ਤੇ ਲਿਜਾਣਾ ਚਾਹੁੰਦੇ ਨੇ ਸੁਰਤ ਦੇ, ਜਿੱਥੇ ਸਦਾ ਵਿਕਾਸ ਹੋਏਗੀ। ਸੁਣੀਏ ਦੀ ਪੌੜੀ ਦਾ ਇਹੀ ਅਰਥ ਇਹੀ ਹੈ ਕਿ ਦੁੱਖ ਮੁੱਕ ਜਾਏ, ਔਰ ਜੋ ਦੁੱਖ ਮੈਂ ਰੋਜ਼ ਕਨਫਿਊਜ਼ਨ ਵਿੱਚ ਰਹਿੰਦਾ ਵਾਂ ਉਹ ਮੁੱਕ ਜਾਏ। ਸੁਣੀਏ ਦੁੱਖ ਪਾਪ ਕਾ ਨਾਸ, ਨਾਨਕ ਭਗਤਾ ਸਦਾ ਵਿਕਾਸ। ਨਾਮ ਨੂੰ ਇਸ ਤਰ੍ਹਾਂ ਸੁਣਨਾ ਹੈ, ਸ਼ਬਦ ਨੂੰ ਇਸ ਤਰ੍ਹਾਂ ਸੁਣਨਾ ਹੈ ਕਿ ਸ਼ਬਦ ਔਰ ਮੈਂ, ਸ਼ਬਦ ਔਰ ਸੁਰਤ ਰਹੇ, ਮੈਂ ਨਾ ਰਹੇ। ਕਿਉਂਕਿ ਅਸੀਂ ਬਾਦਫਾ ਇਹ ਤੇ ਦੇਖਦੇ ਹਾਂ ਕਿ ਸੁਣਨ ਦੀ ਪੌੜੀਆਂ ਮਹਾਰਾਜ ਨੇ ਇਤਨੀ ਪਾਵਰਫੁਲ ਮੈਸੇਜ ਸਾਨੂੰ ਦਿੱਤਾ ਹੈ, ਪਰ ਮੇਰੇ ਨਾਲ ਕਿਉਂ ਨਹੀਂ ਬੀਤਦਾ ਹੈ? ਕਿਉਂਕਿ ਮਹਾਰਾਜ ਜਦੋਂ ਮੈਂ ਬੈਠਦਾ ਵਾਂ ਤੇ ਮੈਂ ਸਾਹਮਣੇ ਆ ਜਾਂਦਾ, ਮੇਰੇ ਵਿਚਾਰ ਆਣੇ ਸ਼ੁਰੂ ਹੋ ਜਾਂਦੇ ਹੈ, ਮੇਰੇ ਰੋਜ਼ਮर्रा ਦੀ ਮੁਸੀਬਤਾਂ ਨਾਲ ਆ ਜਾਂਦੀਆਂ, ਫਿਕਰ ਆ ਜਾਂਦੇ ਹੈ, ਡਰ ਆ ਜਾਂਦੇ ਹੈ, ਫਿਊਚਰ ਦੀ ਵਰੀ ਆ ਜਾਂਦੀ ਹੈ। ਉਹੀ ਕਾਲ, ਜਿਹੜਾ ਕਾਲ ਮੇਰੇ ਮਨ ਦੇ ਉਸ ਹਿੱਸੇ ਵਿੱਚ ਹੈ, ਮੈਂ ਉਸੇ ਵਿੱਚ ਜੀਂਦਾ ਰਹਿੰਦਾ ਹਾਂ।
ਉਸ ਤੋਂ ਪਰੇ ਹੀ ਨਹੀਂ ਜਾ ਪਾ ਰਿਹਾ ਮਹਾਰਾਜ। ਗੱਲ ਤਾਂ ਸਾਰੀ ਇੱਥੇ ਆ ਜਾਂਦੀ ਕਿ ਮੈਂ ਉਸ ਹਿੱਸੇ ਵਿੱਚ ਹੀ ਰਹਿੰਦਾ ਜਿਹੜਾ ਕਾਲ ਦੇ ਅੰਦਰ ਹੈ, ਉਸ ਤੋਂ ਪਰੇ ਕਿਵੇਂ ਜਾਵਾਂ। ਤੁਹਾਨੂੰ ਲੋਕ ਨੇ ਜਿਹੜੇ ਇਹ ਕਮਾਈ ਕਰ ਸਕਦੇ ਨੇ, ਅਸੀਂ ਉਹਨਾਂ ਦੇ ਚਰਨ ਸਪਰਸ਼ ਸਾਨੂੰ ਕਰਨੇ ਚਾਹੀਦੇ। ਸਾਨੂੰ ਇਹੋ ਜਿਹੇ ਲੋਕਾਂ ਨਾਲ ਦਰਸ਼ਨ ਕਰਕੇ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ, ਜਿਹੜੇ ਸ਼ਬਦ ਨੂੰ ਲੀਨ ਕਰਕੇ ਸੁਰਤ ਵਿੱਚ ਹਾਜ਼ਰ ਕਰਦੇ ਆ, ਸੁਰਤ ਔਰ ਸ਼ਬਦ ਦੀ ਕਮਾਈ ਕਰਦੇ ਆ। ਬਸ ਉਹਨਾਂ ਦੀ ਬੈਠਣ ਦੀ ਦੇਰ ਹੈ, ਸ਼ਬਦ ਹਾਜ਼ਰ ਹੋ ਜਾਂਦਾ ਉਹਨਾਂ ਤੋਂ, ਕਾਲ ਤੋਂ ਪਰੇ ਚਲੇ ਜਾਂਦੇ ਹਨ। ਇਹ ਮੇਰੇ ਜੀਵਨ ਵਿੱਚ ਵੀ ਹੁੰਦਾ ਹੈ, ਪਰ ਮੈਂ ਨੋਟਿਸ ਨਹੀਂ ਕਰਦਾ। ਕਈ ਵਾਰ ਅਸੀਂ ਕੋਈ ਅੱਛਾ ਮਿਊਜ਼ਿਕ ਲਗਾ ਦਿੰਦੇ ਹਾਂ ਜਿਹਦੇ 'ਚ ਕਾਮਨਾ ਨਾ ਹੋਏ, ਸਿਰਫ ਰਿਲੈਕਸੇਸ਼ਨ ਹੋਏ, ਉਹ ਸਾਨੂੰ ਕਈ ਵਾਰ ਇਹੋ ਜਿਹੇ ਐਕਸਪੀਰੀਅੰਸ ਵਿੱਚ ਲੈ ਜਾਂਦੀ ਹੈ। ਕਈ ਵਾਰ ਕੁਛ ਮੈਂ ਐਕਟੀਵਿਟੀ ਇਹੋ ਜਿਹੀ ਕਰਦਾ ਵਾਂ ਜਿੱਥੇ ਮੈਂ ਗਿਰ ਜਾਂਦਾ ਹੈ, ਤਾਂ ਉਹ ਇੱਕ ਧਿਆਨ ਦੀ ਵਿਧੀ ਬਣ ਗਈ ਮੇਰੇ ਲਈ, ਉਹ ਮੈਨੂੰ ਕਾਲ ਤੋਂ ਪਰੇ ਲਿਜਾ ਰਹੀ ਹੈ। ਕਈ ਵਾਰ ਮੈਂ ਕੋਈ ਸਥਾਨਾਂ ਤੇ ਚਲਾ ਜਾਂਦਾ ਵਾਂ ਜਿੱਥੇ ਮਨ ਫਰੈਸ਼ ਹੋ ਕੇ ਹਾਜ਼ਰ ਹੁੰਦਾ ਹੈ, ਥਾਟ ਨਹੀਂ ਹੁੰਦੀ, ਤਾਂ ਕੋਈ ਅੱਛਾ ਵਿਊ ਦੇਖ ਕੇ ਮਨ ਜਿਹੜਾ ਬਾਗੋ ਬਾਗ ਹੋ ਜਾਂਦਾ ਹੈ, ਵਿਗਾਸ ਵਿੱਚ ਚਲਾ ਜਾਂਦਾ ਹੈ। ਕਾਰਨ ਕਰਕੇ ਹੁੰਦਾ ਹੈ, ਪਰ ਅਕਾਰਨ ਨਹੀਂ ਹੁੰਦਾ। ਕਾਰਨ ਸ਼ਬਦ ਚਾਹੀਦਾ ਹੈ, ਪਰ ਇਹ ਵੀ ਇੱਕ ਅੱਛੀ ਗੱਲ ਹੈ ਕਿ ਹੁੰਦਾ ਹੈ। ਇਹਦਾ ਮਤਲਬ ਮੇਰੇ 'ਚ ਪੋਟੈਂਸ਼ੀਅਲ ਹੈ, ਇਹਦਾ ਮਤਲਬ ਪੋਸੀਬਿਲਿਟੀ ਹੈ, ਉਸ ਨੂੰ ਮੈਂ ਵਧਾਉਣਾ ਹੈ। ਕਈ ਵਾਰ ਕੁਝ ਕਾਰਜ ਕਰਦੇ ਸਾਨੂੰ ਰਿਲੈਕਸੇਸ਼ਨ ਹੁੰਦੀ ਹੈ, ਸਾਨੂੰ ਆਪ ਸਮਝ ਨਹੀਂ ਆਉਂਦੀ ਕਿਉਂ ਹੁੰਦੀ ਹੈ। ਅਸੀਂ ਗੱਡੀ ਚਲਾਈਏ, ਕਾਫੀ ਦੇਰ ਤੱਕ ਗੱਡੀ ਚਲਾਉਂਦੇ ਰਹਾਂਗੇ, ਰਿਲੈਕਸ ਹੁੰਦਾ ਰਹੇਗਾ ਮਨ, ਕਿਉਂਕਿ ਇੱਕ ਇਨਵੋਲੰਟਰੀ ਐਕਟ ਹੋ ਰਿਹਾ ਜਿਹਦੇ ਵਿੱਚ ਧਿਆਨ ਗਿਰਦਾ ਜਾਂਦਾ ਹੈ, ਸ਼ਬਦ ਆਪਣੀ ਥਾਟਸ ਗਿਰਦੀਆਂ ਜਾਂਦੀਆਂ, ਔਰ ਥਾਟਸ ਗਿਰ ਜਾਂਦੀਆਂ ਤਾਂ ਅਸੀਂ ਮਨ ਜਿਹੜਾ ਰਿਲੈਕਸੇਸ਼ਨ ਮੋਡ ਵਿੱਚ ਚਲਾ ਜਾਂਦਾ। ਸਾਨੂੰ ਆਪ ਸਮਝ ਨਹੀਂ ਆਉਂਦੀ ਕਿਉਂ ਹੁੰਦਾ ਹੈ, ਪਰ ਕਾਰਨ ਇਹ ਹੈ, ਕੁਝ ਐਕਟੀਵਿਟੀਜ਼ ਨਾਲ ਸਾਡੀ ਥਾਟ ਘਟ ਜਾਂਦੀ ਹੈ। ਇਸ ਤੇ ਚਲੋ ਸਮਝਣਾ ਅੱਛੀ ਗੱਲ ਹੈ, ਪਰ ਇਸ ਨੂੰ ਕਨਵਰਟ ਕਰਨਾ ਸਾਨੂੰ ਸ਼ਬਦ ਦੀ ਹਜ਼ੂਰੀ ਵਿੱਚ। ਗਾ ਵੀ ਇਹ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਦੇਖੋ ਮਹਾਰਾਜ, ਗੱਲ ਕੀ ਹੈ ਕਿ ਗੁਰੂ ਸਾਹਿਬ ਤਾਂ ਇੱਕ ਇਹੋ ਜਿਹੇ ਸਥਾਨ ਤੇ ਸਾਨੂੰ ਗਿਆਨ ਦੇ ਰਹੇ ਨੇ ਜਿੱਥੇ ਸਭ ਕੁਝ ਸੱਚ ਦਿਖਦਾ ਉਹਨਾਂ ਨੂੰ, ਉਹ ਜਾਣਦੇ ਨੇ। ਇਹ ਕਾਰਨ ਕਿ ਮੈਂ ਉਸ ਚੀਜ਼ ਨੂੰ ਕਿਉਂ ਨਹੀਂ ਕਮਾਉਂਦਾ, ਕਿਉਂਕਿ ਮੈਨੂੰ ਡਾਊਟ ਹੈ। ਇਹਨੂੰ ਸੰਸਾ ਕਹਿੰਦੇ। ਸੰਸਾਰ ਦੀ ਮੂਵਮੈਂਟਸ ਵਿੱਚ ਮੈਨੂੰ ਕੋਈ ਸਟੇਬਲ ਰੈਫਰੈਂਸ ਨਹੀਂ ਮਿਲਦਾ, ਤਾਂ ਮੈਂ ਸੰਸੇ ਵਿੱਚ ਰਹਿੰਦਾ ਹਮੇਸ਼ਾ। ਆਈ ਡੋਂਟ ਨੋ ਇਫ ਯੂ ਅੰਡਰਸਟੈਂਡ, ਥੋੜਾ ਸਮਝੀਏ ਇਹਨੂੰ। ਹੁੰਦਾ ਕੀ ਹੈ ਕਿ ਸਭ ਕੁਝ ਮੇਰੇ ਆਲੇ ਦੁਆਲੇ ਚੇਂਜਿੰਗ ਹੈ, ਜੋ ਕੁਝ ਚੇਂਜ ਹੁੰਦਾ ਰਹਿੰਦਾ ਉਹ ਮੇਰੀ ਐਨਰਜੀ ਲੈਂਦਾ ਰਹਿੰਦਾ, ਕਿਉਂਕਿ ਉਸ ਚੇਂਜ ਨੂੰ ਮੈਂ ਕੰਪਰੀਹੈਂਡ ਕਰਦਾ ਰਹਿਣਾ ਹਰ ਵਾਰ। ਕਿਉਂ ਚੇਂਜ ਹੋਇਆ? ਮੇਰੇ ਕਾਰੋਬਾਰ 'ਚ ਕੁਝ ਬਦਲਾਵ ਆਏ, ਮੇਰੇ ਘਰ 'ਚ ਕੁਝ ਬਦਲਾਵ ਆਏ, ਕੁਝ ਥਾਟਸ ਮੈਨੂੰ ਕਿਸੇ ਨੇ ਦਿੱਤੀਆਂ, ਇਹ ਸਭ ਚੇਂਜਿੰਗ ਮੇਰੇ ਆਲੇ ਦੁਆਲੇ ਹੁੰਦਾ ਜਾ ਰਿਹਾ। ਇਸ ਚੇਂਜਿੰਗ ਸਿਚੁਏਸ਼ਨ ਨੂੰ ਸਮਝਣ ਲਈ ਮੇਰੀ ਮਨ ਦੀ ਸ਼ਕਤੀ ਇਹਦੇ 'ਚ ਲੱਗਦੀ ਰਹਿੰਦੀ ਹੈ। ਤਾਂ ਮਨ ਕੋਲ ਕੋਈ ਇਹੋ ਜਿਹਾ ਰੈਫਰੈਂਸ ਪੁਆਇੰਟ ਨਹੀਂ ਹੁੰਦਾ ਜਿਸ ਤੋਂ ਉਹ ਸਾਰੇ ਪਰਸਪੈਕਟਿਵ ਨੂੰ ਜਾਣ ਲਏ। ਮਤਲਬ ਕੀ ਹੈ ਕਿ ਵੀ ਮੈਂ ਹੁਣ ਕਿਸੇ ਗੱਡੀ ਵਿੱਚ ਬੈਠ ਕੇ ਨਿਕਲ ਗਿਆ ਦਿੱਲੀ ਨੂੰ ਘੁੰਮਣ ਵਾਸਤੇ, ਤਾਂ ਮੈਂ ਸਾਰੀ ਦਿੱਲੀ ਦੇਖ ਲਈ ਹੈ, ਪਰ ਮੈਨੂੰ ਫਿਰ ਵੀ ਨਹੀਂ ਦਿਖੇਗਾ ਕਿ ਦਿੱਲੀ ਹੈ ਕੀ, ਕਿਉਂਕਿ ਦਿੱਲੀ ਨੂੰ ਜਾਣਨ ਲਈ ਇੱਕ ਰੈਫਰੈਂਸ ਪੁਆਇੰਟ ਚਾਹੀਦਾ ਹੈ, ਸਟੇਬਲ ਪੁਆਇੰਟ, ਜਿੱਥੋਂ ਮੈਂ ਪੂਰੀ ਦਿੱਲੀ ਨੂੰ ਇੱਕੋ ਵਾਰੀ ਦੇਖ ਸਕਾਂ। ਉਹ ਮੇਰੇ ਕੋਲ ਹੈ ਹੀ ਨਹੀਂ। ਤਾਂ ਮੈਂ ਗ੍ਰੇਟਰ ਕੈਲਾਸ਼ ਦੇਖ ਲਾਂਗਾ, ਡਿਫੈਂਸ ਕਾਲੋਨੀ ਦੇਖ ਲਾਂਗਾ, ਮੈਂ ਕਨੌਟ ਪਲੇਸ ਦੇਖ ਲਾਂਗਾ, ਪਰ ਦਿੱਲੀ ਕਿੱਥੇ ਦਿਖੇਗੀ? ਉਹ ਤਾਂ ਜਾਂ ਤਾਂ ਮੈਂ ਬਾਰ-ਬਾਰ ਇਸ ਨੂੰ ਕਮਾਵਾਂ, ਬਾਰ-ਬਾਰ ਇਸੇ ਘੁੰਮਾਂ, ਔਰ ਇਹਨੂੰ ਰੈਫਰੈਂਸ ਪੁਆਇੰਟ ਮਨ ਨੂੰ ਫਿਰ ਪਕੜ ਕੇ ਉਹਨੂੰ ਸਮਝ ਆਏ ਕਿ ਇਹ ਸਾਰੀ ਦਿੱਲੀ ਹੈ। ਇਸੇ ਤਰ੍ਹਾਂ ਮਨ ਦੀ ਵੀ ਸਿਚੁਏਸ਼ਨ ਹੈ ਕਿ ਮੈਨੂੰ ਮਨ ਦਾ ਕੋਈ ਰੈਫਰੈਂਸ ਪੁਆਇੰਟ ਨਹੀਂ ਮਿਲਦਾ ਜਿਹਦੇ ਨਾਲ ਮੈਂ ਖੜਾ ਹੋ ਕੇ ਮਨ ਨੂੰ ਦੇਖ ਸਕਾਂ ਕਿ ਮਨ ਹੈ ਕੀ। ਮਨ ਡ੍ਰੌਪ ਹੀ ਨਹੀਂ ਹੁੰਦਾ, ਮਨ ਦੀ ਉਲਝਣ ਵਿੱਚ ਹੀ ਮੈਂ ਸਾਰੀ એનર્ਜੀ ਵਰਤ ਲੈਂਦਾ ਆਪਣੀ।
ਕਾਲ ਦੇ ਅੰਦਰ ਦਾ ਮਨ ਔਰ ਕਾਲ ਦੇ ਪਰੇ ਦਾ ਮਨ ਗੁਰੂ ਸਾਹਿਬ ਨੇ ਡਿਫਾਈਨ ਕੀਤਾ ਹੈ। ਉਨ ਮਨ ਕਿਹਾ ਮਹਾਰਾਜ ਨੇ ਅਕਾਲ ਵਿੱਚ ਹੈ, ਜੋ ਇਸ ਮਨ ਦਾ ਹੀ ਹਿੱਸਾ ਹੈ ਉਹ, ਔਰ ਇਸ ਮਨ ਤੋਂ ਪਰੇ ਹੈ। ਔਰ ਉਸ ਉਨਮਨ ਦੀ ਅਵਸਥਾ ਨੂੰ ਮਹਾਰਾਜ ਨੇ ਬਹੁਤ ਕਲੀਅਰਲੀ ਡਿਫਾਈਨ ਵੀ ਕੀਤਾ ਹੈ, ਤੁਰੀ ਅਵਸਥਾ ਵੀ ਕਿਹਾ ਹੈ, ਗੁਣਾ ਤੋਂ ਪਰੇ ਕਿਹਾ ਹੈ, ਸਮਝਾਇਆ ਵੀ ਹੈ ਕਿ ਕਿਵੇਂ ਸ਼ਬਦ ਦੀ ਕਮਾਈ ਨਾਲ ਉੱਥੇ ਜਾਣਾ ਹੈ। ਇਹ ਜਿਹੜੀ ਸੁਣੀਏ ਦੀ ਪੌੜੀ ਹੈ, ਇਹ ਉਨਮਨ ਦੀ ਅਵਸਥਾ ਦੀ ਗੱਲ ਚੱਲਦੀ ਹੈ। ਇਹ ਜਿਹੜੀ ਗੱਲ ਮਹਾਰਾਜ ਨੇ ਸਾਨੂੰ ਬਖਸ਼ੀ ਹੈ, ਉਹ ਇਹੀ ਸਮਝਾਇਆ ਹੈ ਕਿ ਜਦੋਂ ਅਕਾਲ ਦੀ ਦ੍ਰਿਸ਼ਟੀ ਨੂੰ ਜਾਣਨਾ ਹੈ ਤਾਂ ਉਨਮਨ ਦੀ ਅਵਸਥਾ ਨੂੰ ਜਾਣਨਾ ਜ਼ਰੂਰੀ ਹੈ। ਉਨਮਨ ਦੀ ਕਮਾਈ ਕਰਨੀ ਪੈਣੀ ਹੈ, ਸ਼ਬਦ ਨਾਲ ਵਾਹ ਪਾਣਾ ਹੈ। ਪਹਿਲੇ ਵੈਖਰੀ ਬਾਣੀ ਵਿੱਚ ਸ਼ਬਦ ਨੂੰ ਪੜ੍ਹਨਾ ਹੈ, ਫਿਰ ਮਨ ਨੂੰ ਸ਼ਬਦ ਨਾਲ ਇਕਾਗਰ ਕਰਦੇ ਜਾਣਾ ਹੈ। ਅਵਸਥਾ ਆਨੰਦ ਦੀ ਆ ਜਾਏਗੀ ਰਸਤੇ ਵਿੱਚ ਕਿਧਰੇ। ਉਸ ਤੋਂ ਅੱਗੇ ਗੁਰੂ ਸਾਹਿਬ ਫਿਰ ਆਨੰਦ ਸਾਹਿਬ ਦੀ ਬਾਣੀ ਵਿੱਚ ਸਮਝਾਉਂਦੇ ਵੀ ਨੇ ਹੋਰ ਅੱਗੇ ਕਹਾਣੀਆਂ ਕੀ ਨੇ, ਫਿਰ ਅਸੀਂ ਖੰਡਾਂ ਵਿੱਚ ਸਮਝ ਲਾਂਗੇ ਇਸ ਗੱਲ ਨੂੰ। ਇਹ ਅਕਾਲ ਹੋਣ ਦੀ ਵਿਧੀਆਂ ਨੇ, ਕਿਵੇਂ ਕਾਲ ਤੋਂ ਪਰਤ ਹੋਣਾ ਹੈ। ਇਹ ਹੁਣ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਇਸ ਮੂਲ ਮੰਤਰ ਦੇ ਗਿਆਨ ਨੂੰ ਲੈ ਕੇ ਆਪਣੇ ਜੀਵਨ ਨੂੰ ਕਿਵੇਂ ਬਦਲਣਾ ਹੈ। ਕਿਉਂਕਿ ਮਹਾਰਾਜ ਅਸੀਂ ਦੇਖੋ ਗੱਲੀ ਕਿਹਨੇ ਨਾ ਪਾਇਆ, ਅਸੀਂ ਗੱਲਾਂ ਕੀਤੀਆਂ ਆਪਸ ਵਿੱਚ, ਸੱਤ ਦੀ ਗੱਲ ਕੀਤੀ, ਸੱਤ ਦੀ ਗੱਲ ਅਸੀਂ ਵਿਚਾਰ ਕੀਤੀ, ਡਿਸਕਸ਼ਨ ਕੀਤੀ, ਔਰ ਮਨ ਮੇਰਾ ਬਦਲਿਆ ਨਹੀਂ, ਜੀਵਨ ਮੇਰਾ ਬਦਲਿਆ ਨਹੀਂ, ਤਾਂ ਫਿਰ ਇਹ ਕਮਾਈ ਨਹੀਂ ਕੀਤੀ ਮੈਂ। ਤਾਂ ਮੈਂ ਸੁਣਿਆ ਵੀ ਇਸ ਤਰ੍ਹਾਂ ਨਹੀਂ ਹੈ ਕਿ ਮੈਨੂੰ ਟਰਾਂਸਫਾਰਮ ਕਰ ਸਕਾਂ ਆਪਣੇ ਆਪ ਨੂੰ। ਕਿਉਂਕਿ ਅਗਰ ਮੈਂ ਗਹਿਨ ਰੂਪ ਵਿੱਚ ਸੁਣਾਂਗਾ ਵੀ, ਪੂਰੀ ਸ਼ਕਤੀ ਨਾਲ ਸੁਣ ਵੀ ਲਵਾਂਗਾ ਇੱਕ ਵਾਰ ਸ਼ਬਦ ਨੂੰ, ਤਾਂ ਅੰਦਰ ਦੀ ਟਰਾਂਸਫਰਮੇਸ਼ਨ ਹੋ ਜਾਂਦੀ ਹੈ। ਮਹਾਰਾਜ ਸਾਨੂੰ ਸਮਝਾਉਂਦੇ ਹੈ, ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਅਸੀਂ ਕਹਿੰਦੇ ਅਸੀਂ ਰੋਜ਼ ਬਾਣੀ ਸੁਣਦੇ ਹਾਂ, ਤਾਂ ਮੇਰਾ ਮਨ ਤੇ ਦੁੱਖ ਪਾਪ ਨਾਲ ਭਰਿਆ ਹੈ, ਨਾਸ ਤਾਂ ਹੋਇਆ ਨਹੀਂ ਹੈ। ਮਹਾਰਾਜ ਅਕਾਲ ਦੇ ਦਰਸ਼ਨ ਉਸ ਅਵਸਥਾ ਦੇ ਦਰਸ਼ਨ ਹਨ ਜਿੱਥੇ ਮੈਨੂੰ ਦੁੱਖ ਵੀ ਨਹੀਂ ਹੈ, ਪਾਪ ਵੀ ਨਹੀਂ ਹੈ, ਮੈਂ ਵੀ ਨਹੀਂ ਹਾਂ, ਸਮਾਂ ਵੀ ਨਹੀਂ ਹੈ। ਹੁਣ ਕੋਈ ਮਰਨ ਵਾਲਾ ਵੀ ਨਹੀਂ ਹੈ, ਸਮਾਂ ਵੀ ਨਹੀਂ ਰਹਿ ਗਿਆ ਤੇ ਮੌਤ ਵੀ ਨਹੀਂ ਰਹਿ ਗਈ। ਇਹ ਮੂਲ ਮੰਤਰ ਵਿੱਚ ਮਹਾਰਾਜ ਸਾਨੂੰ ਇਸ ਰਸਤੇ ਪਾ ਰਹੇ ਹਨ। ਸੁਣੀਏ ਦੀ ਪੌੜੀ ਵਿੱਚ ਮਹਾਰਾਜ ਨੇ ਸਾਨੂੰ ਸਮਝਾਇਆ ਹੈ, ਪਰ ਇੱਕ ਹੋਰ ਜਗ੍ਹਾ ਤੇ ਸਾਹਿਬ ਨੇ ਫਿਰ ਸਾਨੂੰ ਦਰਸ਼ਨ ਕਰਾਏ ਹਨ। ਖਿੰਥਾ ਕਾਲ ਕੁਆਰੀ ਕਾਇਆ, ਕਾਲ ਇੱਥੇ ਵੀ ਮਹਾਰਾਜ ਨੇ। ਤਾਂ ਮਹਾਰਾਜ ਸਾਨੂੰ ਕੀ ਆਦੇਸ਼ ਕਰਦੇ ਹੈ? ਮਨ ਦੇ ਰਸਤੇ ਚੋਂ ਸਾਨੂੰ ਇਸ ਅਕਾਲ ਦੇ ਦਰਸ਼ਨ ਹੋਣਗੇ। ਮਨ ਦੇ ਰਸਤੇ ਚੋਂ ਸਾਨੂੰ ਅਕਾਲ ਦੇ ਦਰਸ਼ਨ ਹੋਣਗੇ। ਮਨ ਦੇ ਰਸਤੇ ਚੋਂ ਮਤਲਬ ਚੇਂਜਿੰਗ ਮਾਈਂਡ ਦੇ ਵਿੱਚ ਮੈਂ ਸ਼ਬਦ ਨੂੰ ਹਾਜ਼ਰ ਕਰਾਂਗਾ, ਸ਼ਬਦ ਨੂੰ ਪਕੜ ਕੇ ਮੈਂ ਉਨਮਨ ਦੀ ਅਵਸਥਾ ਵਿੱਚ ਜਾ ਸਕਾਂਗਾ, ਤਾਂ ਮੈਨੂੰ ਅਕਾਲ ਦੀ ਅਵਸਥਾ ਦਾ ਸਮਝ ਆਏਗਾ। ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ। ਕਾਲ ਜਿਵੇਂ ਕੱਪੜਾ ਹੁੰਦਾ ਹੈ, ਖਿੰਥਾ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਕਾਲ ਨੂੰ ਸਮਝੀਏ ਕਿ ਕਾਲ ਦੇ ਅੰਦਰ ਮੈਂ ਹਾਂ, ਇੱਥੇ ਮੇਰਾ ਫੇਰ ਮੋਟੀਵੇਸ਼ਨ ਵੀ ਹੋ ਜਾਏਗਾ। ਕੁਵਾਰੀ ਕਾਇਆ ਨੂੰ ਇਸ ਤਰ੍ਹਾਂ ਰੱਖਣਾ ਹੈ ਕਿ ਇਹਦੇ ਕਰਕੇ ਅਸੀਂ ਅਭਿਆਸ ਕਰ ਸਕੀਏ, ਇਹਦੇ ਵਿੱਚ ਅਸੀਂ ਵਿਘਨ ਨਾ ਪੈਣ, ਔਰ ਇਹ ਕਾਫੀ ਜ਼ਰੂਰੀ ਐਲੀਮੈਂਟ ਹੈ। ਜੁਗਤ ਡੰਡਾ, ਜੁਗਤ ਕਿਹੜੀ ਹੈ? ਸ਼ਬਦ। ਆਈ ਪੰਥੀ ਸਰਲ ਜਮਾਤੀ, ਫਿਰ ਸੀਮਲੈਸ ਦਿਖੇਗੀ ਦੁਨੀਆ ਸਾਰੀ। ਧਰਮਾਂ ਦੇ ਭੇਦ ਮਿਟ ਜਾਣਗੇ, ਭਾਸ਼ਾ ਦੇ ਭੇਦ ਮਿਟ ਜਾਣਗੇ। ਸਾਹਿਬ ਸਮਝਾਉਂਦੇ ਨੇ ਇਸ ਤਰ੍ਹਾਂ ਹੀ ਕਿ ਸਾਰੀ ਸ੍ਰਿਸ਼ਟੀ ਉਹਨਾਂ ਦੀ ਪੰਥ ਹੈ, ਉਹਨਾਂ ਦਾ। ਆਈ ਪੰਥੀ ਸਗਲ ਜਮਾਤੀ, ਸਾਰੀ ਜਮਾਤ ਉਹਨਾਂ ਦੀ ਕਰ ਰਿਹਾ ਉਹਨਾਂ ਦਾ। ਮਨ ਜੀਤੇ, ਹੁਣ ਇਹ ਸਮਝਾ ਰਹੇ ਮਾਲ ਕਾਲ ਔਰ ਅਕਾਲ ਦੇ ਵਿੱਚ ਭੇਦ ਸਮਝਾ ਰਹੇ ਨੇ ਇੱਥੇ ਮਨ ਦੀ ਪੌੜੀ ਵਿੱਚ। ਮਨ ਜੀਤੇ ਜਗਜੀਤ, ਆਪਨੇ ਕਾਲ ਤੋਂ ਅਕਾਲ ਵੱਲ ਜਾਣਾ ਹੈ, ਮਨ ਨੂੰ ਜਿੱਤ ਕੇ ਜਾਣਾ ਹੈ। ਮਨ ਨੂੰ ਕਿਵੇਂ ਜਿੱਤਾਂਗੇ ਉਹ ਵੀ ਫਿਰ ਅੱਗੇ ਦੱਸਣਗੇ ਗੁਰਪ੍ਰਸਾਦ।
ਸ਼ਬਦ ਦੀ ਵਿਧੀ ਦੱਸਣਗੇ। ਸ਼ਬਦ ਸੁਣਿਆ, ਗੁਰੂ ਸੁਣਾਏਗਾ ਤਾਂ ਇਹ ਹੋਏਗਾ। ਪਰ ਮੈਂ ਗੁਰੂ ਵੱਲ ਮੁਖ ਕਰਾਂਗਾ ਤਾਂ ਮੈਨੂੰ ਗੁਰੂ ਦੇ ਸ਼ਬਦ ਦੀ ਆਵਾਜ਼ ਆਏਗੀ। ਮੈਂ ਅਰਦਾਸ ਕਰਾਂਗਾ, ਮਨ ਨੂੰ ਥਿਰ ਕਰਕੇ ਸੁਣਨ ਦੀ ਵਿਧੀ ਬਣਾਵਾਂਗਾ, ਧਿਆਨ ਨਾਲ ਸ਼ਬਦ ਨੂੰ ਅੰਤਰ ਵਿੱਚ ਵਾਸਾ ਕਰਨ ਦੀ ਵਿਧੀ ਬਣਾਵਾਂਗਾ, ਤਾਂ ਹੀ ਉਹ ਇਫੈਕਟ ਪਾਏਗਾ, ਟਰਾਂਸਫੋਰਮੇਸ਼ਨ ਲਿਆਏਗਾ, ਚੇਂਜ ਲਿਆਏਗਾ। ਸ਼ਬਦ ਵਿੱਚ ਤੇ ਪੋਟੈਂਸ਼ੀਅਲ ਹੈ, ਸ਼ਬਦ ਵਿੱਚ ਇਹ ਪੋਟੈਂਸ਼ੀਅਲ ਹੈ ਕਿ ਮੇਰੇ ਸਾਰੇ ਜੀਵਨ ਨੂੰ ਬਦਲ ਦੇ, ਮੇਰੇ ਪਰਿਵਾਰ ਦੇ ਜੀਵਨ ਨੂੰ ਬਦਲ ਦੇ, ਮੇਰੇ ਸ਼ਹਿਰ ਦੇ ਜੀਵਨ ਨੂੰ ਬਦਲ ਦੇ, ਦੁਨੀਆ ਨੂੰ ਬਦਲ ਦੇ। ਪਰ ਇਹਦੀ ਸ਼ੁਰੂਆਤ ਮੇਰੇ ਮਨ ਤੋਂ ਹੋਏਗੀ। ਜਿਵੇਂ ਉਸ ਦਿਨ ਵੀਰ ਕਹਿੰਦੇ ਸੀ, ਸਾਰੀ ਦੁਨੀਆ ਨੂੰ ਅਸੀਂ ਖਾਲਸਾ ਪੰਥ ਵਿੱਚ ਜੋੜਨਾ ਹੈ। ਪਹਿਲੇ ਆਪਣੇ ਮਨ ਨੂੰ ਤਾਂ ਜੋੜੀਏ ਮਹਾਰਾਜ, ਸ਼ਬਦ ਦੀ ਕਮਾਈ ਵਿੱਚ ਲੀਨ ਹੋ ਜਾਈਏ, ਖੇੜਾ ਆ ਜਾਏ ਮਨ ਵਿੱਚ। ਫਿਰ ਕੀ ਪੋਸੀਬਲ ਹੈ, ਕੀ ਨਹੀਂ ਪੋਸੀਬਲ, ਉਹ ਵਿਚਾਰ ਸਕਦਾ ਹੈ। ਤਾਂ ਮਨ ਦੀ ਪੌੜੀ ਵਿੱਚ ਸਾਹਿਬ ਸਾਨੂੰ ਕਾਲ ਤੋਂ ਅਕਾਲ ਦੀ ਭੇਦ ਦੱਸਦੇ ਨੇ। ਮਨ ਨੂੰ ਸੰਭਾਲਣਾ ਹੈ, ਮਨ ਦੀ ਅਵਸਥਾ ਨੂੰ ਸੰਭਾਲਣਾ ਹੈ। ਮਨ ਨੂੰ ਮਾਲਕ ਨਹੀਂ ਬਣਾਉਣਾ, ਮਨ ਦੇ ਮਾਲਕ ਬਣ ਜਾਣਾ। ਇਹ ਕਿਸ ਤਰ੍ਹਾਂ ਹੋਵਾਂਗੇ? ਸ਼ਬਦ ਦੇ ਰਾਹੀਂ ਹੋਵਾਂਗੇ। Ability to transcend the mind from the unchanging to the changing। ਮੈਂ ਇੱਕ ਅਨਚੇਂਜਿੰਗ ਮਾਈਂਡ ਨੂੰ ਜਾਣਦਾ ਨਹੀਂ ਜਾਣਦਾ ਹਾਂ, ਚੇਂਜਿੰਗ ਮਾਈਂਡ ਨੂੰ ਮੈਂ ਜਾਣਦਾ ਹਾਂ। ਜਿਹੜਾ ਸਦਾ ਹੀ ਬਦਲਦਾ ਰਹਿੰਦਾ ਹੈ ਉਹ ਮੇਰਾ ਮਨ ਹੈ, ਜਿਹਦੇ 'ਚ ਮੈਂ ਰਹਿੰਦਾ ਵਾਂ। ਉਸ ਤੋਂ ਮੈਂ ਉਸ ਪੱਖ ਵਿੱਚ, ਉਸ ਮਨ ਵਿੱਚ ਜਾਵਾਂ ਜਿਹੜਾ ਕਦੇ ਵੀ ਨਹੀਂ ਬਦਲਦਾ, ਸਦਾ ਥਿਰ ਰਹੇਗਾ। ਉਹ ਸ਼ਬਦ ਦੇ ਰਾਹੀਂ ਹੋਏਗਾ ਮਹਾਰਾਜ। ਪਰ ਗੁਰੂ ਸਾਹਿਬ ਨੇ ਸਾਨੂੰ ਇਹ ਆਦੇਸ਼ ਕੀਤਾ ਹੈ ਕਿ ਇਹ ਮੇਰੇ ਨਾਲ ਹੈ ਸਭ ਕੁਝ। ਹਨੇਰੇ ਵਿੱਚ ਕੋਈ ਸਾਨੂੰ ਆਵਾਜ਼ ਮਾਰ ਕੇ ਦੱਸੇ ਜੋਤ ਹੈ, ਇਸ ਰਸਤੇ ਨੂੰ ਆਓ, ਇਹ ਉਸ ਤਰ੍ਹਾਂ ਦੀ ਕੋਈ ਗੱਲ ਹੈ। ਜਿਵੇਂ ਨਦੀ ਦੀ ਗੱਲ ਅਸੀਂ ਕਰਦੇ ਸੀ ਕਿ ਨਦੀ ਦੇ ਇਸ ਪਾਰ ਅਸੀਂ ਖੜੇ ਹਾਂ, ਮਹਾਰਾਜ ਉਸ ਪਾਰ ਖੜੇ ਹੈ। ਉਹ ਥਿਰ ਅਵਸਥਾ ਵਿੱਚ ਉਨਮਨ ਦੀ ਅਵਸਥਾ ਨੂੰ ਜਾਣਦੇ ਹੈ। ਉਹ ਸਾਨੂੰ ਦੱਸਦੇ ਹੈ ਇਸ ਤਰ੍ਹਾਂ ਦਾ ਮਨ ਹੈ। ਅਸੀਂ ਕਹਿੰਦੇ ਇਹ ਹੋ ਹੀ ਨਹੀਂ ਸਕਦਾ, ਮੇਰਾ ਤੇ ਮਨ ਹੈ ਹੀ ਨਹੀਂ, ਕਿਉਂਕਿ ਅਸੀਂ ਉਸ ਪਾਰ ਗਏ ਨਹੀਂ। ਸ਼ਬਦ ਰੂਪੀ ਰੱਸੀ ਲੈ ਕੇ ਨਦੀ ਨੂੰ ਪਾਰ ਕੀਤਾ ਨਹੀਂ। ਕਿਹੜੇ ਮਨ ਨੂੰ ਕਰਨਾ ਹੈ, ਕਿਹੜੇ ਅਭਿਆਸ ਨੂੰ ਕਰਨਾ ਹੈ? ਮੂਲ ਮੰਤਰ ਲੈ ਲਓ ਮਹਾਰਾਜ, ਕੋਈ ਹੋਰ ਸ਼ਬਦ ਲੈ ਲਓ, ਆਪਣੀ ਜੋ ਆਪ ਦਾ ਅਭਿਆਸ ਹੈ ਰੋਜ਼ ਦਾ। ਉਸ ਤੋਂ ਇਲਾਵਾ ਕੁਝ ਇਹੋ ਜਿਹਾ ਇੱਕ ਸ਼ਬਦ ਪਕੜ ਲਓ ਜਿਹੜਾ ਤੁਹਾਡੇ ਨਾਲ ਨਿਰੰਤਰ ਸਾਥ ਰਹੇ। ਜੀਵਨ ਬਦਲ ਸਕਦਾ ਹੈ ਸਾਡਾ, ਜੋ ਮੈਨੂੰ ਸਮਝ ਆਉਂਦੀ ਹੈ, ਜੋ ਸਾਨੂੰ ਵੱਡਿਆਂ ਨੇ ਸਮਝਾਇਆ। ਮੈਂ ਵੀ ਇਸ ਨੂੰ ਲੱਭਦਾ ਵਾਂ ਕਿ ਕਿਤੇ ਇਹ ਵੀ ਕਿਰਪਾ ਹੋਏ ਮਹਾਰਾਜ ਦੀ, ਆਪ ਲੋਕਾਂ ਦੀ ਸੰਗਤ ਨਾਲ ਕੋਈ ਕਿਰਪਾ ਹੋ ਜੇ ਕਿ ਅਸੀਂ ਇਹਨੂੰ ਜਾਣ ਸਕੀਏ ਕਿ ਇਹ ਕਿਹੜੀ ਅਵਸਥਾ ਹੈ ਮਨ ਦੀ। ਮੂਰਤ ਕੀ ਹੈ ਮਹਾਰਾਜ? ਦੁਨੀਆ ਮੂਰਤ ਨੂੰ ਜਾਣਦੀ ਹੈ, ਜਿੱਥੇ ਦੇਖ ਕੇ ਦਰਸ਼ਨ ਹੋ ਸਕਣ। ਨਾ ਮਹਾਰਾਜ ਨੇ ਕੁਝ ਹੋਰ ਗੱਲ ਸਮਝਾਈ ਹੈ ਸਾਨੂੰ ਮੂਰਤ ਬਾਰੇ। ਮਹਾਰਾਜ ਕਹਿੰਦੇ ਨੇ ਅਕਾਲ ਉਹਦੀ ਮੂਰਤ ਹੈ, ਹੋਰ ਕੋਈ ਮੂਰਤ ਨਹੀਂ ਹੈ ਉਹਦੀ। ਇਹਨੂੰ ਸਮਝੀਏ ਜ਼ਰਾ। ਅਸੀਂ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦੇ, ਇਹ ਤਿੰਨ ਦ੍ਰਿਸ਼ਟੀਕੋਣ ਵਿੱਚੋਂ ਅਸੀਂ ਲੱਭਦੇ ਹਾਂ ਗੁਰੂ ਨੂੰ। ਅਕਾਲ ਵੀ ਪੂਜਾ ਵਿੱਚ ਹੈ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਖਾਲਸਾ ਪੰਥ ਵਿੱਚ ਹੈ। ਇਹ ਜਿਹੜੇ ਤਿੰਨ ਦਰਸ਼ਨ ਸਾਨੂੰ ਅਵੇਲੇਬਲ ਨੇ। ਅਸੀਂ ਨਿਰਾਕਾਰ ਦੇ ਪੁਜਾਰੀ ਹਾਂ, ਫਾਰਮਲੈਸ ਦੇ ਪੁਜਾਰੀ ਹਾਂ। ਤਾਂ ਅਗਰ ਆਪ ਨੂੰ ਕੋਈ ਵੀ ਕਦੇ ਦੁਨੀਆ ਵਿੱਚ ਧਿਆਨ ਸਮਝਾਉਣ ਦੀ ਕੋਸ਼ਿਸ਼ ਕਰੇ ਔਰ ਤੁਹਾਨੂੰ ਫਿਜ਼ੀਕਲ ਵਿੱਚ ਧਿਆਨ ਕਰਾਏ, ਕਿਸੇ ਪਿਕਚਰ ਵਿੱਚ, ਕਿਸੇ ਫੋਟੋ ਵਿੱਚ, ਕਿਸੇ ਮੂਰਤੀ ਵਿੱਚ ਜਾਂ ਕਿਸੇ ਹੋਰ ਵਿਧੀ ਵਿੱਚ ਕਿ ਦੇਖ ਕੇ ਅੱਖਾਂ ਨਾਲ ਇੱਥੇ ਧਿਆਨ ਕਰੋ, ਤਾਂ ਉਹ ਆਪ ਨੂੰ ਗਲਤ ਰਸਤੇ ਪਾ ਰਿਹਾ ਹੈ। ਉਹ ਆਪ ਦੇ ਮਾਈਂਡ ਨੂੰ ਗ੍ਰੋਸ ਕਰ ਰਿਹਾ ਹੈ। ਸਾਨੂੰ ਮਾਈਂਡ ਨੂੰ ਸਟਲ ਕਰਨਾ ਹੈ। ਸਟਲ ਮਤਲਬ ਸਮਝਾਵਾਂਗੇ। ਗੁਰੂ ਸਾਹਿਬ ਨੇ ਘੜੀਏ ਦੀ ਪੌੜੀ 'ਚ ਘੜੀਏ ਸ਼ਬਦ ਸੱਚੀ ਟਕਸਾਲ ਕੱਢਦੇ ਆ। ਕਿਤੇ ਮਨ ਨੂੰ ਸੂਖਮ ਕਰਨਾ ਹੈ। ਇਹਦੇ 'ਚ ਜਿਹੜੀ ਗ੍ਰੋਸ ਹੈ ਉਹਨੂੰ ਝਾੜਨਾ ਹੈ, ਸ਼ਬਦ ਦੇ ਨਾਲ ਸਾਫ਼ ਕਰਨਾ, ਸ਼ੁੱਧ ਕਰਨਾ। ਤਾਂ ਹੀ ਸਾਹਿਬ ਸਾਨੂੰ ਜੋ
ਇਸੇ ਭਾਵ ਨਾਲ ਮੈਂ ਆਪ ਨਾਲ ਗੱਲ ਕਰਾਂ ਮਨ ਦੀ, ਤਾਂ ਮਨ ਵੇਚੇ ਸਤਿਗੁਰ ਕੇ ਪਾਸ। ਇਹ ਕਿਹੜਾ ਮਨ ਵੇਚਣਾ ਹੈ? ਅਸਥਿਰ ਮਨ ਵੇਚਣਾ ਹੈ। ਝੂਠ ਨੂੰ ਤਿਆਗ ਦੇਣਾ ਸੱਤ ਨੂੰ ਲੈਣ ਵਾਸਤੇ। ਨਹੀਂ ਤਾਂ ਅਗਰ ਝੂਠ ਨੂੰ ਅਸੀਂ ਗਲਵਕੜੀ ਪਾ ਕੇ ਬੈਠੇ ਰਹਾਂਗੇ, ਸੱਤ ਨੂੰ ਆਉਣ ਦੀ ਕੋਈ ਜਗ੍ਹਾ ਹੀ ਨਹੀਂ ਹੈ। ਚੇਂਜਿੰਗ ਮਾਈਂਡ ਨੂੰ ਹਾਜ਼ਰ ਕਰ ਦੇਣਾ, ਅਨਚੇਂਜਿੰਗ ਮਾਈਂਡ ਵਿੱਚ ਦਰਸ਼ਨ ਕਰ ਲੈਣੇ ਹੋਏਗਾ ਤੇ ਉਹਦੇ ਗੁਰਪ੍ਰਸਾਦ ਨਾਲ। ਪਰ ਅਸੀਂ ਇਹ ਕਰਨਾ ਹੈ, ਇਸ ਵੱਲ ਜਾਣਾ ਹੈ। ਦਰਵਾਜ਼ਾ ਤਾਂ ਉਹ ਖੋਲੇਗਾ, ਨੌਕ ਅਸੀਂ ਕਰਨਾ। ਕ੍ਰਿਸਚੈਨਿਟੀ ਵਿੱਚ ਕਹਿੰਦਾ ਨੌਕ ਐਂਡ ਇਟ ਸ਼ੈਲ ਬੀ ਓਪਨਡ ਅਨਟੂ ਯੂ। ਤਾਂ ਇਹ ਨਾ ਸਮਝਣਾ ਕਿ ਸਾਡੇ ਕਰਨ ਨਾਲ ਕੁਝ ਨਹੀਂ ਹੋਣਾ, ਕਰਨਾ ਤੇ ਸਾਨੂੰ ਪੈਣਾ ਹੈ, ਕਿਰਪਾ ਉਹਦੀ ਹੋਏਗੀ। ਕਿਉਂਕਿ ਅਗਰ ਧਰਤੀ ਤਿਆਰ ਨਹੀਂ ਹੋਏਗੀ ਤਾਂ ਬੀਜ ਕਿਵੇਂ ਆਏਗਾ? ਧਰਤੀ ਵਿੱਚ ਅਗਰ ਪਾਣੀ ਨਹੀਂ ਪਾਵਾਂਗੇ, ਖਾਦ ਨਹੀਂ ਪਾਵਾਂਗੇ, ਤਾਂ ਬੀਜ ਅਗਰ ਹੋਏ ਵੀ ਤਾਂ ਵੀ ਉਹ ਨਹੀਂ ਪੌਦਾ ਬਣੇਗਾ। ਤਾਂ ਮਹਾਰਾਜ ਸਾਨੂੰ ਮਨ ਨੂੰ ਤਿਆਰ ਕਰਨਾ ਹੈ ਸ਼ਬਦ ਨਾਲ, ਤਾਂ ਕਿ ਇਹ ਅਕਾਲ ਦੇ ਦਰਸ਼ਨ ਕਰਨ ਲਈ ਤਿਆਰ ਹੋ ਸਕੇ। ਸੌਖਾ ਕੰਮ ਨਹੀਂ ਹੈ, ਪਰ ਹੈ ਵੀ ਬੜਾ ਸੌਖਾ। ਇੰਪੋਸੀਬਲ ਵੀ ਨਹੀਂ ਹੈ, ਡਿਫਿਕਲਟ ਵੀ ਨਹੀਂ ਹੈ। ਦੋਨੋਂ ਚੀਜ਼ਾਂ ਨੇ, ਸੌਖਾ ਵੀ ਹੈ, ਸਹਿਜ ਵੀ ਹੈ ਨਾ ਅਵਸਥਾ ਇਹਦੇ ਵਿੱਚ। ਭਰੋਸੇ ਦੀ ਗੱਲ ਆ ਜਾਂਦੀ ਹੈ, ਜਿਵੇਂ ਅਰਵਿੰਦਰ ਵੀਰ ਸਮਝਾਉਂਦੇ ਨੇ ਕਿ ਫੇਥ ਰੱਖਣਾ ਹੈ, ਉਹਨੂੰ ਕਮਾਉਣਾ ਹੈ ਰੋਜ਼। ਕਿਵੇਂ ਸਾਨੂੰ ਸਮਝਾਉਣ ਅਗਰ ਕਿਸੇ ਦਿਨ ਅਸੀਂ ਵੀ ਕਮਾਈਏ। ਬੇਸਿਕਲੀ ਸਾਨੂੰ ਇਹ ਸੋਚ ਦਾ ਮਨ, ਸੋਚਾਂ ਵਾਲਾ ਮਨ ਤਿਆਗਣਾ ਹੈ। ਫਿਰ ਇਹਦੇ ਅੰਦਰ ਸੰਸਕਾਰ ਪਏ ਨੇ, ਦੁੱਖ ਸੁੱਖ ਪਏ ਨੇ, ਡਰ ਪਏ ਨੇ। ਕਈ ਕੱਲ ਕਿਸੇ ਨਾਲ 2-3 ਦਿਨ ਪਹਿਲਾਂ ਅਸੀਂ ਵਿਚਾਰ ਕਰਦੇ ਸੀ, ਕੋਈ ਉਹਨਾਂ ਦੇ ਹਾਦਸਾ ਹੋਇਆ ਪੁਰਾਣਾ, ਉਹ ਪੁਰਾਣਾ ਡਰ ਸਾਹਮਣੇ ਆ ਕੇ ਖਲੋ ਜਾਂਦਾ ਹੈ। ਇਵੇਂ ਲੱਗਦਾ ਜਿਵੇਂ ਅੱਜ ਦਾ ਡਰ ਹੈ। ਕਿਉਂਕਿ ਉਹ ਦੇਖੋ ਗੱਲ ਕੀ ਹੈ ਕਿ ਜ਼ਿੰਦਗੀ ਵਿੱਚ ਜਦੋਂ ਕੋਈ ਗਹਿਨ ਹਾਦਸਾ ਹੁੰਦਾ ਹੈ ਜਿਹਦੇ ਨਾਲ ਸਾਡੇ ਤੇ ਕੁਝ ਇਫੈਕਟ ਮਨ ਤੇ ਪੈਂਦਾ ਹੈ, ਉਹਦਾ ਅਕਸ ਡੀਪ ਔਰ ਗਹਿਨ ਹੋ ਜਾਂਦਾ ਹੈ, ਸਟਰੋਂਗ ਹੋ ਜਾਂਦਾ ਹੈ। ਉਹਦੀ ਗ੍ਰਿਪ ਸਾਡੇ ਤੇ ਕਾਫੀ ਸਟਰੋਂਗ ਹੋ ਜਾਂਦੀ ਹੈ, ਕਿਉਂਕਿ ਐਨਰਜੀ ਬੜੀ ਹੈ ਉਸ ਵਿੱਚ। ਕੁਝ ਬਹੁਤ ਜ਼ਿਆਦਾ ਗਲਤ ਹੋਇਆ ਸਾਡੇ ਨਾਲ, ਸਾਨੂੰ ਝਟਕਾ ਜ਼ਿਆਦਾ ਜ਼ੋਰ ਦਾ ਲੱਗਿਆ, ਉਤਨਾ ਹੀ ਉਹ ਜ਼ਿਆਦਾ ਕੰਟਰੋਲ ਸਾਨੂੰ ਕਰਦਾ ਹੈ। ਤਾਂ ਉਹੋ ਜਿਹੇ ਸਿਚੁਏਸ਼ਨਸ ਨੂੰ ਅਸੀਂ ਵਰਤ ਕੇ ਕਨਵਰਟ ਕਰਨਾ ਹੈ। ਗੁਰਮੁਖ ਜਿਹੜਾ ਹੈ ਉਹ ਨੈਗੇਟਿਵਿਟੀ ਨੂੰ ਪੋਜ਼ਿਟਿਵ ਬਣਾਉਂਦਾ ਹੈ, ਸ਼ਬਦ ਦੇ ਰਾਹੀਂ ਹੀਲਿੰਗ ਕਰਦਾ ਹੈ। ਜਿਵੇਂ ਅੱਜ ਕੱਲ੍ਹ ਰੇਕੀ ਆ ਗਈ, ਇਹ ਸਭ ਕੁਝ ਆ ਗਿਆ। ਸ਼ਬਦ ਜਿਹੜਾ ਹੈ ਸਾਧਨਾ, ਅਸੀਂ ਜੋ ਕਹਿੰਦੇ ਆ, ਇਹ ਮਨ ਨੂੰ ਰੋਗਾਂ ਤੋਂ ਮੁਕਤ ਕਰਨਾ ਹੈ। ਰੋਗੀ ਕੌਣ ਹੈ? ਰੋਗੀ ਮੈਂ ਹਾਂ। ਜਦ ਤੱਕ ਮੈਂ ਹੋਏਗਾ ਤਦ ਤੱਕ ਰੋਗ ਹੋਏਗਾ। ਜਦ ਤੱਕ ਇਸ ਮਨ ਵਿੱਚ ਮੈਂ ਸ਼ਬਦ ਨੂੰ ਹਾਜ਼ਰ ਨਹੀਂ ਕਰਾਂਗਾ, ਰੋਗੀ ਰਹੇਗਾ। ਫਿਰ ਲਗਾਤਾਰ ਸੰਗਤ ਸ਼ਬਦ ਦੀ ਰੱਖਣੀ ਪਏਗੀ ਇਸ ਚੇਂਜਿੰਗ ਮਾਈਂਡ ਨੂੰ ਵੀ ਕਾਬੂ ਕਰਨ ਲਈ। ਪਰ ਜਦੋਂ ਉਨਮਨ ਦੇ ਦਰਸ਼ਨ ਹੋ ਜਾਣ ਤਾਂ ਮਹਾਰਾਜ ਕਹਿੰਦੇ ਫਿਰ ਕਿਰਪਾ, ਆਨੰਦ ਦੀ ਕਿਰਪਾ ਖੇੜਾ ਆ ਜਾਂਦਾ ਹੈ। ਉੱਥੋਂ ਫਿਰ ਜਿਹੜੀ ਬਾਕੀ ਡਿਸਟਰੈਕਸ਼ਨਸ ਨੇ, ਉਹ ਫਿਰ ਪੁੱਲ, ਉਹਨਾਂ ਦਾ ਪੁੱਲ ਖਤਮ ਹੋ ਜਾਂਦਾ। ਜਿਵੇਂ ਕੋਈ ਆਪ ਨੂੰ ਕਹੇ ਜੀ ਮੈਂ ਸਕੌਚ ਵਿਸਕੀ ਸ਼ਾਮ ਨੂੰ 2 ਪੈਗ ਲਏ ਬਿਨਾਂ ਤੇ ਮੈਂ ਸੋ ਨਹੀਂ ਸਕਦਾ। ਇਹ ਹੁਣ ਉਹਦੇ ਪੁੱਲ ਹੈ, ਉਹਨੂੰ ਲੋੜ ਹੈ। ਪਰ ਜੇ ਉਹ ਧਿਆਨ ਸ਼ਬਦ ਦਾ ਕਰ ਲੇ ਤਾਂ ਉਹਨੂੰ ਲੋੜ ਹੀ ਨਹੀਂ ਪੈਣੀ, ਉਹ ਪੁੱਲ ਦੀ ਲੋੜ ਹੀ ਨਹੀਂ ਹੈ। ਫਿਰ ਉਹ ਜਿਹੜੀ ਨੀਡ ਆ ਰਹੀ ਹੈ ਮਨ ਤੋਂ ਕਿ ਮਨ ਨੂੰ ਰਿਲੈਕਸ ਕਰਨਾ ਹੈ, ਮਨ ਨੂੰ ਖੇੜੇ ਵਿੱਚ ਲਿਜਾਣਾ ਹੈ, ਕੀ ਕਰਦੀ ਇਹ ਜਿਹੜੀ ਸ਼ਰਾਬ ਹੈ? ਡਿਸਕਨੈਕਟ ਕਰਦੀ ਨਾ ਸਾਡੇ ਮਨ ਨੂੰ, ਥਾਟਸ ਤੋਂ ਡਿਸਕਨੈਕਟ ਕਰ ਦਿੰਦੀ ਹੈ। ਜੇ ਸਾਡੇ ਕੋਲ ਐਬਿਲਿਟੀ ਹੋ ਜਾਏ ਕਿ ਅਸੀਂ ਬੈਠੀਏ ਔਰ ਥਾਟਸ ਗਿਰ ਜਾਣ, ਤਾਂ ਜਿਵੇਂ 4 ਪੈਗ ਪੀ ਲੈ ਸ਼ਰਾਬ ਦੇ, ਨਸ਼ਾ ਆ ਗਿਆ ਆਨੰਦ ਦਾ। ਫਿਰ ਪਕੜ ਜਿਹੜੀ ਬਾਕੀ ਵਸਤੂਆਂ ਦੀ ਵੀ ਹੈ, ਹੋਰ ਵੀ ਜਿਹੜੀ ਅੱਖਾਂ ਤੋਂ ਦੇਖਣ ਨਾਲ ਜਿਹੜੇ ਲਿਸ਼ਕਾਰੇ ਮਾਰਦੀਆਂ ਚੀਜ਼ਾਂ, ਗੁਰੂ ਸਾਹਿਬ ਸਮਝਾਉਂਦੇ, ਫਿਰ ਉਹਨਾਂ ਦੀ ਪੁੱਲ ਹੀ ਨਹੀਂ ਰਹਿੰਦੀ। ਜਦ ਮੇਰੇ ਅੰਤਰ ਵਿੱਚ ਵਿਕਾਸ ਆ ਗਿਆ, ਆਨੰਦ ਆ ਗਿਆ, ਔਰ ਮੈਂ ਉਸ ਨੂੰ ਜੀ ਲਿਆ ਰੈਗੂਲਰ ਬੇਸਿਸ ਤੇ। ਦੇਖੋ ਗੁਰੂ ਮਹਾਰਾਜ, ਮੈਨੂੰ ਹੁਣ ਯਾਦ ਨਹੀਂ, ਗੁਰੂ ਅਮਰਦਾਸ ਦੀ ਹੈ, ਗੁਰੂ ਰਾਮਦਾਸ ਦੀ, ਜਦੋਂ ਗੁਰਿਆਈ ਦੇ ਰਹੇ ਸਨ, ਨਾਲ ਇੱਕ ਉਹਨਾਂ ਨੇ ਬਚਨ ਕਰਤਾ, ਕਹਿੰਦੇ ਬੁੱਢੇ ਦੀ ਸੰਗਤ ਨਾ ਛੱਡੀ। ਹੁਣ ਗੁਰੂ ਗੁਰਿਆਈ ਦੇ ਰਹੇ ਹੈ, ਨਾਲ ਹੈ, ਬਚਨ ਕਹਿ ਰਹੇ ਹੈ, ਬੁੱਢੇ ਦਾ ਮਤਲਬ ਕੀ ਹੈ? ਅਭਿਆਸੀ ਲੋਕਾਂ ਦੇ ਨਾਲ ਰਹਿਣਾ। ਅਸੀਂ ਇਹਨੂੰ ਇਸ ਤਰ੍ਹਾਂ ਸਮਝ ਲਈਏ, ਸਰੀਰਕ ਰੂਪ ਨਾ ਦੇਖੀਏ, ਅਸੀਂ ਸ਼ਬਦ ਨੂੰ ਨਾ ਜਾਣ ਲਈਏ।
कि सानू शब्द की संगत करनी है। किस रूप नाल करनी है? कीर्तन राहे कर लीए, गा के कर लीए, बोल के कर लीए, मन नू शब्द नाल जोड़ना है। वो जुड़दा है कि नहीं, खेड़े च आंदा है कि नहीं, यह देखना है। अगर मन खेड़े च आ रहा है तो नाम नाल जुड़ गए असी, फिर सानू रस्ता मिल गया। तो महाराज ने सानू आई पंथी वाली है पौड़ी विचों रस्ता दसिया है काल तो अकाल होने का। फिर मूरत के दर्शन दसने किवें मूर्ति नू जान सकते। महाराज कह रहे अकाल हो गए तो मूरत के दर्शन हो जाएंगे, उस तो बिना नहीं हो सकणगे। देयर इज नो फॉर्म, कोई फॉर्म शेप नहीं है, कोई निशान नहीं है, शब्द उदा निशान है। कर्म उसकी कृपा, कृपा मतलब आनंद उदा निशान है। आनंद आएगा दर्शन हो जाएंगे। तो आप नू कोई अगर कोई समझाए, कोई मुद्रा समझाए, कोई कुछ समझाए कि कोई बिंदी लगा लो उदा ध्यान करो बाहर नू, वो साडे मन नू डैमेज करेगा। ਅਸੀਂ ਘੜਨਾ मन नू, मन की ਜਿਹੜੀ ग्रॉस एलिमेंट्स ने उन्होंने घेर देना शब्द के नाल। घड़िए समझ सच्ची टकसाल, घड़ना है मन नू ताकि मन सूखम हो सके, उडारी मारन का पॉसिबिलिटीज आ सकन। क्योंकि महाराज सत दे दर्शन करने लई झूठ नू नाल नहीं लिया जा सकता। आप समझ रहे हो कि मेरे पंड तो मैं झूठ दी नाल रखी है, तो मैं कह रहा मैं सत दे दर्शन करने हैं, वो नहीं होएगा। झूठ की पंड जी है घेरनी पेगी सानू। झूठ जेड़ा गिरेगा सत संगास के रूप में सामने आ जाएगा। वो तो साडी नैचुरल स्टेट ऑफ बीइंग है। धर्म है साडा। धर्म मतलब एक नेचर, धर्म का एक वर्ड का एक डेफिनेशन बनती है नेचर की है। तो मन का असल नेचर की है? मन तू जोत स्वरूप है, अपना मूल पछाण। जोत रूप मन सामने आ जाएगा। जोत, आनंद, अनहद, नाद, ਇਹ ਮੇਰੇ पॉसिबिलिटीज मेरे शरीर ਦੇ ਵਿੱਚ ਹਨ। महाराज शरीर तो गिर जाना काल ਦੇ अंदर है, पर अकाल की कमाई ਇਹਦੇ ਵਿੱਚ पॉसिबिलिटी है। आप समझ रहे हो? शरीर तो मेरे चला जाएगा, मन भी मेरा चला जाएगा, जेड़ा है सोचदा वाला मन है, क्योंकि सारे विकार खत्म हो, सारे पॉसिबिलिटीज खत्म, इंद्रियां खत्म, पर मन का कुछ हिस्सा रहिंदा है। वो मन विच अगर मैं उन्मन जान लिया तो मैं उन्मन विच जी सकांगा, नहीं जानिया तो नहीं जियांगा। फिर मैं अपने जो अपने कर्म है नाल लैके उन्हां विच जियांगा। वो मेरे मन नू फिर अगे मेरा पाथ डिफाइन कर देणगे, मैं किधर जाना है, की करना है। वो सब ए कर्म दे राही मैं जावांगा। आपे बीज आपे ही खाओ, नानक हुक्मी आप हो जाओ, मंदा चंगा अपना आपे ही कीता पावना। तो महाराज कहते मूर्त जिहड़ी है उहदी अकाल है। देखो बड़े आर्टिस्टिक वे नाल पुट कीता गुरु साहब ने, पोएटिक वे नाल। अज मीह गिरदा सी, मोरी रुण जुण लाया, भैणे सावन आया। गुरु साहब की कंपोजिशन है, देखो पोएटिक बड़ी। महाराज कहते ना अकाल का रूप जदों हो जाएंगे तो मूर्त के सानू दर्शन होणगे। तो काल तो बिना हो जाएंगे। कालहीन कला सुयंगत, अकाल पुरख आदेश, अकाल का रूप हो जाएंगे। फिर उस पुरख के दर्शन हो जाएंगे सानू। यह है सिक्खी का मार्ग, यह है मन के भेद शब्द के राही खोलने का मार्ग, यह है दुख सुख नू त्याग के आनंद दे विच जाण दा मार्ग, यह है शरीर रूपी भांडे नू वरत के एक इहो जी वस्तु प्राप्त करन दा मार्ग जिहड़ी आनंद नाल भरी है और जिहड़ी साडे तो कोई कदे ले नहीं पाएगा। असी बेगमपुरा दा शब्द विचारिया सी, ਉਹਦੇ ਵਿੱਚ ਸਾਹਿਬ ने सानू सारा कुछ समझाया है, बैकुंठ की गल की है। महाराज सानू सचखंड में जदों ले जाणगे, दर्शन कराणगे तो समझाणगे। बाणी रूप भी हो जाएगी, बाणी जोर भी हो जाएगी। बाणी है, शब्द है, यह सिख का आधार है, फाउंडेशन है, यह पूंजी है, यह मिंट है जिथे मैं वैल्थ करदा वां। असल वैल्थ की है मेरी शब्द की कमाई। हुण इस आधार नाल मैनू जीवन देखण की लोड़ है
ਕਿ ਮੈਂ ਕਿਤਨਾ ਟਾਈਮ ਸ਼ਬਦ ਵਿੱਚ ਅਸਲ ਐਵੇਂ ਨਹੀਂ ਟੁਰਦੇ ਫਿਰਦੇ ਗੱਡੀ ਚਲਾਉਂਦੇ, ਉਹ ਉਸ ਦੀ ਗੱਲ ਨਹੀਂ। ਜਿਹੜਾ ਪੂਰਨ ਧਿਆਨ ਵਿੱਚ ਸ਼ਬਦ ਦੇ ਸੰਗਤ ਵਿੱਚ ਬੈਠਦਾ, ਮੈਂ ਪੂਰਾ ਧਿਆਨ ਕਰਕੇ ਸ਼ਬਦ ਵਿੱਚ ਸੰਗਤ ਵਿੱਚ ਬੈਠਦਾ ਵਾਂ, ਉਹ ਕਿਹੜਾ ਸਮਾਂ ਹੈ, ਕਿਉਂਕਿ ਉਸ ਸਮੇਂ ਨੇ ਰੰਗ ਲਿਆਣਾ ਹੈ। ਮੈਨੂੰ ਲੱਗਦਾ ਮਹਾਰਾਜ ਅੱਜ ਜੋ ਅੱਜ ਦੀ ਅਕਾਲ ਮੂਰਤ ਦੀ ਗੱਲ ਹੈ, ਉਹ ਕੁਝ ਹੱਦ ਤੱਕ ਆਪ ਅੱਗੇ ਜੋ ਰੱਖੀ ਹੈ। ਹੁਣ ਕੋਈ ਆਪ ਲੋਕ ਕੁਝ ਇਹਦੇ 'ਚ ਐਡ ਕਰਨਾ ਚਾਹੋ, ਕੁਝ ਕਹਿਣਾ ਚਾਹੋ, ਮੋਸਟ ਵੈਲਕਮ।